ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਏਆਣਾ। ਦਰਗਹ ਘੜੀਐ ਤੀਨੇ ਲੇਖ, ਖੋਟਾ ਕਾਮ ਨਾ ਆਵੈ ਵੇਖ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਏਆਣਾ। ਦਰਗਹ ਘੜੀਐ ਤੀਨੇ ਲੇਖ, ਖੋਟਾ ਕਾਮ ਨਾ ਆਵੈ ਵੇਖ। ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਇ। ਰਹਾਉ ਕਾਦੇ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਕਾਏ। ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਸੋ ਜੋਗੀ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਏਕੋ ਜਾਣੈ। ਕਾਜੀ ਸੋ ਜੋ ਉਲਟੇ ਕਰੈ, ਗੁਰ ਪ੍ਰਸਾਦੀ ਜੀਵਤ ਮਰੈ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਤਰੈ ਸਗਲੇ ਕੁਲ ਤਾਰੈ। ਧਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ। ਪੜਿਆ ਬੂਝੈ ਸੋ ਪਰਵਾਣਾ, ਜਿਸ ਸਿਰ ਦਰਗਹ ਕਾ ਨਿਸ਼ਾਨਾ। ਧਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ। ਪੜਿਆ ਬੂਝੈ ਸੋ ਪਰਵਾਣਾ, ਜਿਸ ਸਿਰ ਦਰਗਹ ਕਾ ਨਿਸ਼ਾਨਾ। ਮੰਜੀ ਸਾਹਿਬ ਦੀਵਾਨ ਅਸਥਾਨ ਤੇ ਆਪ ਜੀ ਸੰਗਤੀ ਰੂਪ ਵਿੱਚ ਜੁੜ ਬੈਠੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਉਪਦੇਸ਼ ਸਮੁੱਚੀ ਮਾਨਵਤਾ ਨੂੰ, ਸਮੁੱਚੀ ਲੋਕਾਈ ਨੂੰ ਦਿੱਤਾ ਹੈ, ਇੱਥੋਂ ਤੱਕ ਕਿ ਇਸ ਸ਼ਬਦ ਵਿੱਚ ਅਨ ਮਤ ਨਾਲ ਸੰਬੰਧਿਤ ਜਿਹੜੇ ਆਗੂ ਨੇ,
ਜੋ ਉਹਨਾਂ ਨੂੰ ਉਪਦੇਸ਼ ਹਜ਼ੂਰ ਨੇ ਦਿੱਤਾ ਹੈ, ਜਿਸ ਵਿੱਚ ਸਤਿਗੁਰੂ ਨੇ ਧੁਰ ਅੰਦਰ ਦੀ ਸਫਾਈ ਦੀ ਪ੍ਰੇਰਣਾ ਦਿੱਤੀ ਹੈ, ਇਹ ਅੰਮ੍ਰਿਤ ਬਚਨ ਆਦਿ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਆਓ ਇਹਨਾਂ ਅੰਮ੍ਰਿਤ ਬਚਨਾਂ ਵਿੱਚ ਸਤਿਗੁਰੂ ਉਸ ਵਕਤ ਦੇ ਭਾਰਤ ਵਿੱਚ ਜਿਹੜੇ ਤਿੰਨ ਮਤ ਬਹੁਤ ਪ੍ਰਚਲਿਤ ਸਨ, ਉਹਨਾਂ ਦੇ ਆਗੂਆਂ ਦਾ ਜ਼ਿਕਰ ਕੀਤਾ ਹੈ। ਉਸ ਵਿੱਚ ਕਾਜ਼ੀ ਹੈ, ਦੂਸਰਾ ਬ੍ਰਾਹਮਣ ਹੈ ਤੇ ਤੀਸਰਾ ਜੋਗੀ ਹੈ। ਚੌਥਾ ਇਹਦੇ ਵਿੱਚ ਸਤਿਗੁਰਾਂ ਨੇ ਇੱਕ ਪੜ੍ਹੇ ਹੋਏ ਦਾ ਜ਼ਿਕਰ ਵੀ ਕੀਤਾ ਹੈ। ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਚਾਰ ਸਕੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਰਾਗ ਧਨਾਸਰੀ ਹੈ ਔਰ ਇਸ ਅੰਮ੍ਰਿਤ ਬਚਨ ਦੇ ਸ਼ਬਦ ਦੇ ਉਚਾਰਨ ਕਰਤਾ ਆਦਿ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਖਾਨ। ਕਾਇਆ ਕਾਗਦ ਮਨ ਪਰਵਾਣਾ। ਹਜ਼ੂਰ ਆਰੰਭ ਕਰਦੇ ਨੇ ਕਾਇਆ ਕਾਗਦ ਮਨ ਪਰਵਾਣਾ। ਆ ਜਿਹੜਾ ਸਾਡਾ ਸਰੀਰ ਹੈ ਇਹ ਕਾਗਜ਼ ਦੀ ਤਰ੍ਹਾਂ ਹੈ, ਇਹ ਕਾਗਦ ਹੈ ਤੇ ਮਨ ਪਰਵਾਣਾ ਇਉਂ ਸਮਝੋ ਵੀ ਜਿਹੜਾ ਮਨ ਹੈ ਇਸ ਦੇ ਉੱਪਰ ਉਕਰੇ ਹੋਏ ਲੇਖ ਨੇ, ਉਹ ਚਿੱਠੀ ਹੈ, ਉਹ ਪਰਵਾਨਾ ਹੈ। ਕਾਇਆ ਕਾਗਦ ਹੈ, ਮਨ ਉੱਪਰ ਉਕਰੇ ਹੋਏ ਅੱਖਰ ਹਨ। ਸਿਰ ਕੇ ਲੇਖ ਨਾ ਪੜੈ ਆਣਾ। ਪਰ ਕਹਿੰਦੇ ਨੇ ਬੇਸਮਝ ਬੰਦਾ ਆਪਣੇ ਇਸ ਲੇਖ ਨੂੰ ਪੜ੍ਹਦਾ ਨਹੀਂ ਪਿਆ, ਉਹਨੂੰ ਇਆਣੇ ਨੂੰ ਸਮਝ ਨਹੀਂ ਪੈਂਦੀ। ਦਰਗਹ ਘੜੀਐ ਤੀਨੇ ਲੇਖ। ਪਰਮਾਤਮਾ ਦੇ ਘਰ ਵਿੱਚੋਂ ਹੀ ਇਹ ਤਿੰਨ ਲੇਖ। ਮੈਂ ਫਿਰ ਇੱਥੇ ਅਰਜ਼ ਕਰਾਂਗਾ, ਥੋੜੇ ਜਿਹੇ ਅਰਥ ਕਰਕੇ ਅਖਰੀ ਇਹਦੀ ਅਸੀਂ ਵਿਚਾਰ ਕਰਾਂਗੇ ਕਿ ਉਸ ਦੀ ਦਰਗਾਹ ਵਿੱਚੋਂ ਹੀ ਅਖਰੀ ਅਰਥ ਨੇ ਤਿੰਨੇ ਲੇਖ ਘੜੇ ਹੋਏ ਹਨ। ਖੋਟਾ ਕਾਮ ਨਾ ਆਵਾ ਵੇਖ। ਪਰ ਸੱਚ ਇਹ ਵੇ ਕਿ ਖੋਟਾ ਜਿਹੜਾ ਹੈ ਉਹ ਕਿਸੇ ਕੰਮ ਨਹੀਂ ਆਉਂਦਾ, ਖੋਟੇ ਦੀ ਕੋਈ ਕੀਮਤ ਨਹੀਂ ਹੈ। ਨਾਨਕ ਜੇ ਵਿੱਚ ਰੂਪਾ ਹੋਏ। ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਉਹਦੇ ਵਿੱਚ ਰੂਪਾ ਦਾ ਲਫ਼ਜ਼ੀ ਅਰਥ ਵੈਸੇ ਹੈ ਚਾਂਦੀ, ਜੇ ਉਸ ਵਿੱਚ ਚਾਂਦੀ ਹੋਵੇ ਖਰਾ ਖਰਾ ਆਖੈ ਸਭ ਕੋਏ। ਫਿਰ ਉਸ ਨੂੰ ਕੋਈ ਖੋਟਾ ਨਹੀਂ ਕਹਿੰਦਾ, ਉਹਨੂੰ ਸਾਰੇ ਜਿਹੜੇ ਨੇ ਖਰਾ ਖਰਾ ਹੀ ਕਹਿੰਦੇ ਨੇ। ਫਿਰ ਅਰਜ਼ੇ ਦੀ ਇੱਥੋਂ ਤੱਕ ਆਪਾਂ ਬਚਨ ਪੜ੍ਹੇ ਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਾਇਆ ਨੂੰ ਕਾਗਜ਼ ਕਿਹਾ, ਮਨ ਨੂੰ ਪਰਵਾਣਾ ਕਿਹਾ, ਫਿਰ ਦਰਗਾਹ ਵਿੱਚ ਤਿੰਨ ਲੇਖਾਂ ਦਾ ਜ਼ਿਕਰ ਕੀਤਾ, ਨਾਲ ਕਿਹਾ ਜੀ ਜੇ ਵਿੱਚ ਰੂਪਾ ਹੋਵੇ ਚਾਂਦੀ ਹੋਵੇ ਤੇ ਖਰਾ ਹੈ, ਉਹਨੂੰ ਕੋਈ ਖੋਟਾ ਨਹੀਂ ਕਹੇਗਾ। ਇੱਥੇ ਇੱਕ ਬੇਨਤੀ ਹੈ ਕਿ ਇੱਕ ਤਾਂ ਜਿਹੜੇ ਤਿੰਨੇ ਲੇਖ ਨੇ ਇਸ ਸੰਬੰਧੀ ਅਨੇਕਾਂ ਅਰਥ ਗੁਰਮੁਖ ਵਿਦਵਾਨਾਂ ਨੇ ਕੀਤੇ ਤੇ ਮੈਂ ਆਪ ਜੀ ਨੂੰ ਇੱਕ ਦਿਨ ਬੇਨਤੀ ਕੀਤੀ ਸੀ, ਅੱਜ ਫਿਰ ਅਰਜ਼ ਕਰਨ ਲੱਗਾ ਕਿ ਆਪਾਂ ਗੁਰਬਾਣੀ ਦੇ ਅਰਥ ਕਰਨੇ ਆ। ਜਿੰਨੀ ਕਿਸੇ ਨੂੰ ਸੋਝੀ ਹੈ ਉਹ ਅਰਥ ਕਰਦਾ ਹੈ, ਪਰ ਅਸੀਂ ਇਹ ਵੀ ਨਾ ਮੁਕਰਰ ਕਰ ਦਈਏ ਵੀ ਆਹ ਜਿਹੜੇ ਅਰਥ ਨੇ ਸਿਰਫ ਆਖਰੀ ਸੱਚ ਇਹ ਹੀ ਠੀਕ ਨੇ। ਨਹੀਂ ਗੁਰਮੁਖੋ, ਜਿੰਨੀ ਜਿੰਨੀ ਕਿਸੇ ਨੂੰ ਸਮਝੇ ਆਪਣੀ ਸੁਰਤ ਦੀ ਉਡਾਰੀ ਅਨੁਸਾਰ ਅਰਥ ਕਰ ਗਏ। ਕਿਸੇ ਨੇ ਕੋਸ਼ ਨੂੰ ਵੇਖ ਕੇ ਅਰਥ ਕਰ ਦਿੱਤੇ, ਪਰ ਮੈਨੂੰ ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਹ ਬਚਨ ਯਾਦ ਹੈ ਕਿ ਜਦੋਂ ਸਤਿਗੁਰੂ ਕਸ਼ਮੀਰ ਦੀ ਧਰਤੀ ਤੇ ਗਏ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਕੀਤੇ, 6ਵੇਂ ਸਤਿਗੁਰਾਂ ਨੇ। ਜਿਸ ਦਿਨ ਉਹਨਾਂ ਨੇ ਸ਼ਬਦਾਂ ਦੇ ਜਪਜੀ ਸਾਹਿਬ ਦੀ ਸੰਪੂਰਨਤਾ ਕੀਤੀ ਜਾਂ ਅਰਥ ਮੁਕੰਮਲ ਹੋਏ,
ਤੇ ਉਸ ਵਕਤ ਸੰਗਤ ਨੇ ਜਾਂ ਸੁਣਨ ਵਾਲੇ ਜਿਹੜੇ ਸਰੋਤਾ ਜਨ ਸਨ, ਉਹਨਾਂ ਨੇ ਹੱਥ ਜੋੜ ਕੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਮਿਹਰ ਕੀਤੀ ਹੈ, ਆਪ ਜੀ ਨੇ ਜਪਜੀ ਸਾਹਿਬ ਜੀ ਦੇ ਅਰਥ ਕੀਤੇ। ਉੱਥੇ ਸਤਿਗੁਰੂ ਨੇ ਇੱਕ ਬਚਨ ਕਿਹਾ, ਹਜ਼ੂਰ ਨੇ ਫਰਮਾਇਆ, ਬਹੁਰ ਸ਼੍ਰੀ ਮੁਖ ਬਚਨ ਪਖਾਨੋ, ਅਰਥ ਯਾਹੇ ਗੁਰੂ ਨਾਨਕ ਜਾਨੋ। ਮੇਰੀ ਬੇਨਤੀ, ਅਰਥ ਅਸੀਂ ਕੀਤੇ ਆ, ਪਰ ਮਹਾਰਾਜ ਕਹਿੰਦੇ ਆ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜਾਣਨ। ਬਹੁਰ ਸ਼੍ਰੀ ਮੁਖ ਬਚਨ ਪਖਾਨੋ, ਅਰਥ ਯਾਹੇ ਗੁਰੂ ਨਾਨਕ ਜਾਨੋ, ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜਾਣਨ। ਉੱਥੇ ਇੱਕ ਬੇਨਤੀ ਹੈ ਕਿ ਇੱਥੇ ਸਤਿਗੁਰੂ ਜੀ ਇੱਕ ਤਾਂ ਕਾਇਆ ਨੂੰ ਅਸੀਂ ਸਾਡਾ ਕਾਗਜ਼ ਕਹਿ ਰਹੇ ਆ, ਮਨ ਨੂੰ ਪਰਵਾਨਾ ਕਹਿ ਰਹੇ ਆ। ਬੰਦਾ ਜਿਹੜਾ ਮੱਥੇ ਦੇ ਲਿਖੇ ਕੋਈ ਲੋਕ ਪਛਾਣਦਾ ਨਹੀਂ ਪਿਆ। ਫਿਰ ਨਾਲ ਬਚਨ ਕਰ ਰਿਹਾ ਕਿ ਦਰਗਾਹ ਦੇ ਵਿੱਚ ਤਿੰਨੇ ਲੇਖ ਜਿਹੜੇ ਨੇ ਉਹ ਘੜੇ ਜਾਂਦੇ ਆ। ਹੁਣ ਇੱਥੇ ਕੁਝ ਅਰਥ ਇਹ ਵੀ ਨੇ, ਕਿਉਂਕਿ ਅੱਗੇ ਜੇ ਰੂਪਾਂ ਆਇਆ ਹੈ ਤੇ ਇਹਦਾ ਮਤਲਬ ਇਹ ਚਾਂਦੀ ਅਰਥ ਸਾਨੂੰ ਪਿਛਲੇ ਕਰਨ ਵਿੱਚ ਵੀ ਸੁਖੈਨਤਾ ਦੇਗੀ। ਕੁਝ ਵਿਦਵਾਨ ਇਹ ਕਹਿੰਦੇ ਨੇ ਮਾਇਆ ਦੇ 3 ਗੁਣ, ਰਜ ਗੁਣ, ਤਮ ਗੁਣ, ਸਤ ਗੁਣ, ਇਹ 3 ਲੇਖ। ਕੁਝ ਕਹਿੰਦੇ ਨੇ ਕਿ ਜਿਹੜੇ ਬਾਦਸ਼ਾਹਾਂ ਦੀ ਟਕਸਾਲਾਂ ਵਿੱਚ ਸੋਨੇ ਦੀ ਮੋਹਰ, ਚਾਂਦੀ ਦੇ ਸਿੱਕੇ ਤੇ ਤਾਂਬੇ ਦੇ ਜਿਹੜੇ ਪੈਸੇ ਨੇ ਉਹ ਘੜੇ ਜਾਂਦੇ ਆ। ਫਿਰ ਬੇਨਤੀ ਹੈ, ਸੋਨਾ, ਚਾਂਦੀ ਤੇ ਤਾਂਬਾ ਆਪਣੀ ਆਪਣੀ ਮਤ ਅਨੁਸਾਰ ਅਰਥ ਕੀਤੇ ਸਭ ਨੇ। ਮੇਰੀ ਬੇਨਤੀ ਹੈ ਕਿ ਇਹਦਾ ਭਾਵ ਅਰਥ ਜੇ ਲਈਏ ਕਿ ਜੇ ਸਿੱਕੇ ਵਿੱਚ ਹੈ ਹੀ ਖੋਟ, ਉਹ ਹੈ ਖੋਟਾ, ਤੇ ਉਹਨੂੰ ਲੋਕਾਂ ਵਿੱਚ ਪ੍ਰਚਾਰਨ ਦਾ ਯਤਨ ਕਰੀਏ ਵੀ ਇਹ ਬਿਲਕੁਲ ਖਰਾ ਹੈ, ਤੇ ਮਹਾਰਾਜ ਕਹਿੰਦੇ ਨੇ ਕਿ ਖੋਟੇ ਦੀ ਕੋਈ ਕੀਮਤ ਨਹੀਂ ਪੈਣੀ। ਜੇ ਉਹਦੇ ਵਿੱਚ ਚਾਂਦੀ ਹੈ ਤੇ ਉਹਨੂੰ ਸਾਰੇ ਖਰਾ ਕਹਿਣਗੇ। ਗੁਰਮੁਖੋ, ਇਸੇ ਤਰ੍ਹਾਂ ਬੰਦੇ ਦਾ ਆਪਣਾ ਜੀਵਨ ਹੈ। ਮੈਂ ਤਾਂ ਇਸ ਢੰਗ ਨਾਲ ਬੇਨਤੀ ਕਰਾਂਗਾ ਕਿ ਜੇ ਬਾਹਰ ਮੁਖੀ ਬੰਦਾ ਅਡੰਬਰ ਕਰਕੇ ਪ੍ਰਚਾਰੀ ਜਾਏ, ਆਪਣੇ ਆਪ ਨੂੰ ਬਹੁਤ ਕੁਝ ਕਹੀ ਜਾਏ, ਤੇ ਅੰਦਰ ਖੋਟ ਹੋਵੇ, ਮਹਾਰਾਜ ਕਹਿੰਦੇ ਨੇ ਖੋਟਾ ਕਿਤੇ ਕੰਮ ਨਹੀਂ ਆਉਂਦਾ। ਪਰ ਜੇ ਅੰਦਰ ਨਾਮ ਦੀ, ਸਿਮਰਨ ਦੀ, ਬੰਦਗੀ ਦੀ, ਜੀਵਨ ਦੀ ਰਹਿਮਤ ਹੈ, ਸੱਚਮੁੱਚ ਜਿਉਂ ਤੇ ਬਾਹਰੋਂ ਬਿਲਕੁਲ ਪਵਿੱਤਰ ਹੈ, ਮਹਾਰਾਜ ਕਹਿੰਦੇ ਨੇ ਇਹੋ ਜਿਹੇ ਖਰੇ ਰੱਬ ਦੀ ਦਰਗਾਹ ਵੀ ਸਵੀਕਾਰ ਹੁੰਦੇ ਨੇ। ਫਿਰ ਬੇਨਤੀ ਕਿ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਖਸ਼ਿਸ਼ ਕਰ ਰਿਹਾ। ਅਗਲੀ ਗੱਲ, ਇਸ ਵਿੱਚ ਤਿੰਨਾਂ ਦਾ ਜ਼ਿਕਰ ਕੀਤਾ, ਕਾਜ਼ੀ ਦਾ ਸ਼ਬਦ ਕਾਦੀ ਵਰਤਿਆ, ਬ੍ਰਾਹਮਣ ਦਾ ਤੇ ਨਾਲ ਜੋਗੀ ਦਾ। ਆਰੰਭ ਚ ਇੱਕ ਬੇਨਤੀ ਹੈ, ਮੈਂ ਉਸ ਦਿਨ ਵੀ ਕਿਹਾ ਸੀ ਕਿ ਕਦੀ ਵੀ ਸਤਿਗੁਰੂ ਸਾਹਿਬਾਨ ਦਵੈਸ਼ ਵਿੱਚ ਆ ਕੇ ਕਿਸੇ ਦਾ ਅਪਮਾਨ ਨਹੀਂ ਕਰਦੇ। ਬੇਨਤੀ, ਕਿਉਂਕਿ ਗੁਰੂ ਜੀ ਸਭ ਨੂੰ ਇੱਕ ਨਜ਼ਰ ਨਾਲ ਦੇਖਦੇ ਆ। ਹੁਣ ਜੇ ਅਸੀਂ ਅਰਥ ਕਰਾਂਗੇ ਅੱਗੇ, ਕਾਜ਼ੀ ਨੂੰ ਕਿਹਾ ਤੂੰ ਝੂਠ ਬੋਲ ਰਿਹਾ, ਬ੍ਰਾਹਮਣ ਨੂੰ ਕਿਹਾ ਤੂੰ ਨਾਨਾ ਵੀ ਹੈ ਤੇ ਜੀ ਘਾਤ ਕਰ ਰਹੇ, ਤੇ ਜੋਗੀ ਨੂੰ ਕਿਹਾ ਤੈਨੂੰ ਜ਼ਿੰਦਗੀ ਜੀਣ ਦਾ ਤਰੀਕਾ ਹੀ ਨਹੀਂ, ਤੇ ਫਿਰ ਸਤਿਗੁਰੂ ਨੇ ਨਾ ਜੀ ਅੱਗੇ ਸੁਮਤ ਦਿੱਤੀ ਹੈ, ਕਾਜ਼ੀ ਕੌਣ ਹੁੰਦਾ ਹੈ, ਜੋਗੀ ਕੌਣ ਹੁੰਦਾ ਹੈ, ਬ੍ਰਾਹਮਣ ਕੌਣ ਹੁੰਦਾ ਹੈ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਪਦੇਸ਼ ਦਿੰਦੇ ਆ, ਤੇ ਫਿਰ ਇੱਕ ਹੋਰ ਬੇਨਤੀ, ਜੇ ਇਹ ਉਸ ਵਕਤ ਕਾਜ਼ੀ ਨੂੰ, ਬ੍ਰਾਹਮਣ ਨੂੰ ਤੇ ਮਹਾਰਾਜ ਨੇ ਜੋਗੀ ਨੂੰ ਕਿਹਾ, ਤੇ ਆਪਾਂ ਆਪਣੇ ਆਪ ਨੂੰ ਵਿੱਚ ਭਾਵ ਅਰਥ ਸ਼ਮੂਲੀਅਤ ਰੱਖੀਏ ਕਿ ਇਹ ਸੱਚੇ ਪਾਤਸ਼ਾਹ ਉਪਦੇਸ਼ ਸਾਨੂੰ ਆਗੂਆਂ ਨੂੰ ਵੀ ਦੇ ਰਹੇ ਨੇ ਕਿ ਭਾਈ ਦੇਖੋ ਇਹੋ ਜਿਹਾ ਕਰਮ ਨਾ ਕਰਿਓ। ਉਂਝ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜੀ। ਹਜ਼ੂਰ ਨੇ ਜਿੰਨਾ ਅਸੀਂ ਬਾਣੀ ਚ ਪਾਠ ਕਰਨੇ ਆ, ਸਤਿਗੁਰੂ ਜਿੰਨੇ ਬਚਨ ਕਰਦੇ ਆ, ਉਸ ਦਿਨ ਹੁਕਮ ਵੀ ਆਇਆ ਸੀ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਉਹ ਸਾਰੀ ਦੁਨੀਆ ਲਈ ਸਾਂਝਾ ਉਪਦੇਸ਼ ਹੈ। ਜਾਂ ਅਸੀਂ ਸਤਿਗੁਰੂ ਜੀ ਦੇ ਇਹ ਬਚਨ ਪੜ੍ਹਨੇ ਆ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਹੁਣ ਜਦੋਂ ਸਤਿਗੁਰੂ ਦੇ ਬਚਨ ਪੜ੍ਹਨੇ ਆ, ਆਪਾਂ ਅਰਥ ਕਰਨੇ ਆ, ਕਥਾ ਕਰਨੇ ਆ, ਕਈ ਵਾਰੀ ਸਾਡੇ ਅੰਦਰ ਦੀ ਆਪਣੀ ਦਵੈਸ਼ ਹੁੰਦੀ ਹੈ, ਆਪਣੀ ਮੈਲ ਹੁੰਦੀ ਹੈ। ਨੈਗੇਟਿਵ ਨਹੀਂ ਮੈਂ ਕਹਿ ਰਿਹਾ, ਅਸੀਂ ਆਪਣੀ ਮੈਲ ਨੂੰ ਪ੍ਰਗਟ ਕਰਨ ਦੇ ਲਈ ਤੁਕਾਂ ਦਾ ਸਹਾਰਾ ਲੈ ਕੇ ਨਿਸ਼ਾਨਾ ਬਣਾਈ ਜਾਂਦੇ ਹਾਂ। ਮੈਂ 2-3 ਬੇਨਤੀਆਂ ਕਰਨੀਆਂ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਨੇਊ ਦੀ ਗੱਲ ਚੱਲਦੀ ਏ। ਜਦੋਂ ਮਹਾਰਾਜ ਪੰਡਿਤ ਹਰਦਿਆਲ ਜੀ ਨੂੰ ਸੁਮਤ ਦਿੰਦੇ ਆ, ਸੁਮਾਤੀ ਕਹਾਂਗਾ, ਉੱਥੇ ਕੋਈ ਸ਼ੱਕ ਨਹੀਂ,
ਸਤਿਗੁਰੂ ਬਾਹਰ ਮੁਖੀ ਉਸ ਜਨੇਊ ਬਾਰੇ ਕਹਿ ਰਹੇ ਨੇ, ਇਹਨੇ ਟੁੱਟ ਜਾਣਾ, ਇਹਨੇ ਮੈਲੇ ਹੋ ਜਾਣਾ, ਇਹ ਸੜ ਜਾਏਗਾ, ਪਰ ਮੈਨੂੰ ਉਹ ਜਨੇਊ ਪਾ ਜਿਹੜਾ ਸੜੇ ਵੀ ਨਾ, ਮੈਲਾ ਵੀ ਨਾ ਹੋਵੇ ਤੇ ਪ੍ਰਮਾਤਮਾ ਦੀ ਦਰਗਾਹ ਤੱਕ ਜਾਏ। ਫਿਰ ਗੁਰਮੁਖੋ ਉੱਥੇ 4 ਜਿਹੜੇ ਦੈਵੀ ਗੁਣ ਦੱਸੇ ਆ, ਮਹਾਰਾਜ ਨੇ ਜ਼ੋਰ ਉਹਨਾਂ 4 ਗੱਲਾਂ ਤੇ ਦਿੱਤਾ ਹੈ। ਜਦੋਂ ਅਸੀਂ ਪਾਠ ਕਰਨੇ ਆ, ਦਇਆ ਕਪਾ, ਸੰਤੋਖ ਸੂਤ, ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਘੱਤ। ਫਿਰ ਅਰਜ ਕਰ 4 ਗੱਲਾਂ ਹੋ ਗਈਆਂ। ਪਹਿਲੀ ਗੱਲ, ਚਲੋ ਇੱਥੇ ਉਦਾਹਰਨ ਲਈਏ ਜਨੇਊ ਦੀ, ਪਰ ਮਤਲਬ ਇਹ ਨਹੀਂ ਕਿ ਦਇਆ ਸਿਰਫ ਕਪਾਹ ਨਾਲ ਹੀ ਜੁੜਦੀ ਹੈ। ਗੁਰਮੁਖੋ ਦਇਆ ਤਾਂ ਉਹ ਦੈਵੀ ਗੁਣ ਹੈ। ਹਜ਼ੂਰ ਕਹਿੰਦੇ ਨੇ ਕਿ ਪਹਿਲੀ ਗੱਲ, ਜਿਵੇਂ ਕਪਾਹ ਤੂੰ ਚੁਣਨਾ ਹੈ, ਉਹਨੂੰ ਤੂੰ ਵੱਟਣਾ ਹੈ, ਸੂਤ ਬਣਾਣਾ, ਫਿਰ ਉਹਨੂੰ ਗੰਢਾ ਦੇਣਾ। ਸਤਿਗੁਰੂ ਕਹਿੰਦੇ ਨੇ ਆਤਮ ਜਨੇਊ ਇਹ ਵੇ ਕਿ ਇਨਸਾਨ ਦੇ ਅੰਦਰ ਕਰੁਣਾ ਹੋਵੇ, ਸੱਚੀ ਉਹਦੇ ਅੰਦਰ ਦਇਆ ਹੋਵੇ। ਤੇ ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਧਰਮ ਨੂੰ ਦਇਆ ਦਾ ਪੁੱਤਰ ਕਿਹਾ ਹੈ। ਧੌਲ ਧਰਮ ਦਇਆ ਕਾ ਪੂਤ। ਮਹਾਰਾਜ ਨੇ ਕਿਹਾ ਉਹ ਦਇਆ ਵਿੱਚੋਂ ਉਪਜ ਹੋਇਆ, ਪੈਦਾ ਹੋਇਆ ਧਰਮ। ਤੁਲਸੀ ਜੀ ਕਹਿੰਦੇ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਕਹਿੰਦੇ ਦਇਆ ਹੀ ਮੂਲ ਹੈ। ਮਹਾਰਾਜ ਨੇ ਪਹਿਲੀ ਗੱਲ ਕਹੀ ਵੀ ਤੇਰੇ ਅੰਦਰ ਕਰੁਣਾ ਹੋਵੇ, ਤਰਸ ਹੋਵੇ, ਦਇਆ ਹੋਵੇ। ਫਿਰ ਉਸ ਤੋਂ ਬਾਅਦ ਕਹਿੰਦੇ ਤੇਰੇ ਅੰਦਰ ਸੰਤੋਖ ਹੋਵੇ, ਸਬਰ ਹੋਵੇ। ਸੰਤੋਖ ਦਾ ਅਰਥ ਉਸ ਦਿਨ ਅਸੀਂ ਕੀਤਾ ਸੀ ਕਿ ਮਨ ਇੰਦਰੇ ਮੁਕੰਮਲ ਤੌਰ ਤੇ ਤ੍ਰਿਪਤ ਹੋਣ। ਤੇ ਤ੍ਰਿਪਤ ਹੋਣ ਦਾ ਅਰਥ ਇਹ ਨਹੀਂ ਸੀ ਕਿ ਸਿਰਫ ਕੋਈ ਸਮੇਂ ਲਈ ਅੰਤਰ ਆਤਮੇ ਤੋਂ ਬਿਲਕੁਲ ਬੰਦਾ ਰੱਜਿਆ ਹੋਵੇ। ਸਬਰ, ਸੰਤੋਖ, ਦਇਆ, ਸੰਤੋਖ। ਤੀਸਰਾ ਜਤ ਗੰਢੀ, ਜਤ ਜਤੀ ਹੋਵੇ, ਇੰਦਰੀ ਜਿੱਤ ਹੋਵੇ। ਸਤ ਵਟ, ਸੱਚ ਹੋਵੇ। ਵੇਖੋ ਇਹਦੇ ਜੇ ਭਾਵ ਲਾਂਗੇ ਦਇਆ, ਸੰਤੋਖ, ਜਤ ਤੇ ਸਤ ਸਮਝਾਉਂਦੇ ਇਹ ਪੇਪਰ, ਇਹ ਕੱਲਾ ਬ੍ਰਾਹਮਣ ਵਾਸਤੇ ਨਹੀਂ ਗੁਰਮੁਖੋ, ਇਹ ਸਾਡੇ ਵਾਸਤੇ ਵੀ ਹੈ। ਜੇ ਆਪਾਂ ਧਰਮ ਦੇ ਚਿੰਨ੍ਹ ਪਾਏ ਆ ਵਾਹਿਗੁਰੂ ਜੀ, ਦੂਸਰੇ ਉੱਤੇ ਆਪਾਂ ਕਹਿ ਸਕਨੇ ਆ ਧਰਮ ਦੇ ਚਿੰਨ੍ਹ ਜੇ ਆਪਾਂ ਵੀ ਪਾਏ ਆ, ਤੇ ਗੁਰਮੁਖੋ ਇਹਨਾਂ ਚਿੰਨ੍ਹਾਂ ਦਾ ਵੀ ਅੰਤਰੀਵ ਅਰਥ ਹੈ। ਹੁਣ ਇਹ 4 ਗੱਲਾਂ ਕੇਵਲ ਬ੍ਰਾਹਮਣ ਨੂੰ ਨਹੀਂ ਕਹੀਆਂ। ਆਪ ਜੀ ਜਦੋਂ ਮੁਸਲਮਾਨ ਬਾਰੇ ਪੜੋਗੇ ਤੇ ਮਹਾਰਾਜ ਉਹਨੂੰ ਵੀ ਇਹ ਕਹਿੰਦੇ ਆ, ਮੇਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਨਤ, ਸੀਲ ਰੋਜ਼ਾ, ਹੋ ਮੁਸਲਮਾਨ। ਮਹਾਰਾਜ ਉੱਥੇ ਵੀ ਮੇਰ ਦੀ, ਦਇਆ ਦੀ, ਕਰੁਣਾ ਦੀ ਗੱਲ ਕਰ ਰਹੇ ਆ। ਜੇ ਇੱਥੇ ਮਹਾਰਾਜ ਕਹਿੰਦੇ ਸੰਤੋਖ ਸੂਤ, ਉੱਥੇ ਸਿਦਕ ਮੁਸੱਲਾ ਕਹਿ ਰਹੇ ਆ। ਜੇ ਇੱਥੇ ਸਤ ਕਹਿ ਰਹੇ ਆ, ਉਹਦੀ ਸ਼ਬਦਾਵਲੀ ਸਤਿਗੁਰੂ ਹੱਕ ਹਲਾਲ ਕੁਰਾਨ ਕਹਿ ਰਹੇ ਆ। ਜੇ ਜੋਗੀ ਨੂੰ ਉਪਦੇਸ਼ ਦਿੰਦੇ ਆ ਤੇ ਉੱਥੇ ਵੀ ਇਹ ਬਚਨ ਕਰਦੇ ਨੇ, ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਵਾਰੀ, ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਮੇਰੇ ਕਹਿਣ ਤੋਂ ਮੁਰਾਦ ਭਾਈ ਗੁਰਸਿੱਖੋ ਕਿ ਜਦੋਂ ਗੁਰੂ ਜੀ ਇਹ ਉਪਦੇਸ਼ ਦਿੰਦੇ ਆ, ਭਾਵੇਂ ਇੱਕ ਆਦਮੀ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ, ਪਰ ਉਸ ਉਪਦੇਸ਼ ਨੂੰ ਪੂਰੀ ਮਾਨਵਤਾ ਉੱਤੇ, ਆਪਣੇ ਉੱਤੇ ਵੀ ਟਿਕਾ ਕੇ ਦੇਖੀਏ। ਅੱਜ ਸਤਿਗੁਰੂ ਨੇ ਸ਼ਬਦ ਵਰਤਿਆ ਕਿ ਜਿਹੜਾ ਖੋਟਾ ਹੈ ਉਹਦੀ ਕੀਮਤ ਕੀ ਪੈਣੀ ਹੈ ਜੀ, ਜੋ ਅਸਲੀਅਤ ਹੈ ਖਰੇ ਦੀ ਕੀਮਤ ਹੈ। ਥੋੜੇ ਜਿਹੇ ਅਸੀਂ ਬਚਨ ਲਾਂਗੇ ਕਿ ਸਾਰੀ ਗੱਲ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪਣੇ ਅੰਦਰ ਦੀ ਸਫਾਈ ਕਰ, ਆਪਣੇ ਅੰਦਰ ਨੂੰ ਧੋ। ਫਿਰ ਬੇਨਤੀ ਸੁਣਿਓ, ਜੇ ਮਨ ਵਿੱਚ ਕੁਝ ਹੋਰ ਹੈ, ਮੰਨ ਲਓ ਅੰਦਰ ਵਾਸ਼ਨਾ ਹੈ, ਅੰਦਰ ਮੈਲ ਹੈ, ਤੇ ਮੂੰਹ ਤੋਂ ਬੰਦਾ ਮੁਸਕਰਾਈ ਵੀ ਜਾਂਦਾ ਜੀ ਬਹੁਤ ਚੰਗਾ ਦੀ ਬਹੁਤ ਚੰਗਾ, ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਸੱਚ ਇਹ ਵੇ ਉਹ ਬੰਦਾ ਅੱਤ ਦਾ ਝੂਠਾ ਤੇ ਕੱਚਾ ਹੈ। ਜਿਹੜਾ ਬੰਦਾ ਢਿੱਡ ਵਿੱਚ ਕੁਝ ਰੱਖੀ ਬੈਠਾ, ਅੰਦਰ ਮੈਲ ਹੈ, ਬਾਹਰੋਂ ਨਿਰਮਲਤਾ ਹੀ ਦਿਖਾਉਂਦਾ। ਇਸੇ ਕਰਕੇ ਬਾਬਾ ਜੀ ਨੇ ਕਿਹਾ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮਨ 'ਚ ਕੁਝ ਹੋਰ ਹੈ ਤੇ ਮੂੰਹ ਤੋਂ ਕੁਝ ਹੋਰ ਹੈ। ਇਹ ਗੱਲ ਜਿਹੜਾ ਬੰਦਾ ਸੱਚਾ ਹੈ ਨਾ, ਜਦੋਂ ਉਹ ਮੂੰਹ ਤੇ ਕੁਝ ਬੋਲਦਾ ਉਦੋਂ ਦੁੱਖ ਲੱਗਦਾ ਥੋੜਾ ਜਿਹਾ, ਕਿਉਂਕਿ ਹਉਮੈ ਨੂੰ ਸੱਟ ਬੜੀ ਵੱਜਦੀ। ਈਗੋ ਕਹਿੰਦੀ ਹੈ, ਹਉਮੈ ਕਹਿੰਦੀ ਕੌਣ ਹੈ ਮੈਨੂੰ ਕਹਿਣ ਵਾਲਾ। ਪਰ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਕਪਟੀ ਬੰਦੇ ਨਾਲੋਂ ਥੋੜੇ ਸਮੇਂ ਲਈ ਸੱਚ ਦਾ ਦੁੱਖ ਪਾ ਲੈਣਾ ਚੰਗਾ ਹੈ। ਜਿਹੜਾ ਅੰਦਰੋਂ ਪਵਿੱਤਰ ਹੈ ਉਹ ਮੂੰਹ ਤੇ ਕਹੇਗਾ ਦੁੱਖ ਲੱਗੇਗਾ, ਅੰਦਰੋਂ ਤੜਫਾਂਗੇ,
ਤੇ ਜਿਹੜਾ ਮੂੰਹ ਤੋਂ ਮਿੱਠਾ ਹੈ ਅੰਦਰੋਂ ਛੁਰੀਆਂ ਚਲਾਉਂਦਾ ਹੈ, ਯਾਦ ਰੱਖਿਓ ਉਹ ਕਈ ਵਾਰੀ ਇੰਨਾ ਕੁ ਵੱਡਾ ਦੁੱਖ ਦਿੰਦਾ ਹੈ ਕਿ ਬੰਦਾ ਸਾਰੀ ਜ਼ਿੰਦਗੀ ਪਛਤਾਈ ਜਾਂਦਾ ਹੈ। ਮੈਂ ਫਿਰ ਬੇਨਤੀ ਜਿਹੜੀ ਕਰਨ ਲੱਗਾ, ਅੱਜ ਗੁਰੂ ਸਾਹਿਬ ਇਸ ਗੱਲ ਤੇ ਜ਼ੋਰ ਦੇ ਰਹੇ ਆ ਕਿ ਅੰਦਰੋਂ ਤੇ ਬਾਹਰੋਂ ਇੱਕ ਹੋ ਜਾ। ਇਹ ਕੇਵਲ ਫਰੀਦ ਸਾਹਿਬ ਨਹੀਂ ਕਹਿ ਰਹੇ। ਵੇਖੋ ਗੁਰੂ ਸਾਹਿਬ ਜੀ ਨੇ 2 ਬਚਨ ਆਪਾਂ ਹੋਰ ਸਾਂਝੇ ਕਰਾਂਗੇ। ਬਾਬਾ ਸਾਹਿਬ ਜੀ ਦਾ ਇੱਕ ਹੋਰ ਬਚਨ ਹੈ, ਕਈ ਵਾਰੀ ਬਾਹਰੋਂ ਹੁਣ ਜੋਗੀ ਕਹੇ, ਕਾਜੀ ਕਹੇ, ਪੜਿਆ ਕਹੇ, ਖਿਮਾ ਕਰਿਓ ਆਪਾਂ ਵੀ ਆ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੀ ਤਾਂ ਆਨੰਦਪੁਰ ਸਾਹਿਬ ਕੋਤਕ ਕੀਤਾ ਸੀ ਨਾ, ਜਦੋਂ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਵਾ ਦਿੱਤੀ। ਸਾਰੇ ਅਸੀਂ ਸਾਖੀ ਸੁਣਾਉਂਦੇ ਹਾਂ, ਹੈ ਖੋਤਾ ਸੀ, ਖੱਲ ਉੱਤੇ ਸ਼ੇਰ ਦੀ ਪਵਾ ਦਿੱਤੀ ਤੇ ਲੋਕੀ ਉਹਦੇ ਤੋਂ ਭੈ ਮੰਨਣ ਲੱਗ ਪਏ। ਸਾਰੇ ਲੋਕ ਡਰਨ, ਪਰ ਜਦੋਂ ਉਹਨੇ ਆਪਣੇ ਭਰਾਵਾਂ ਦੀ ਆਵਾਜ਼ ਸੁਣ ਕੇ ਆਪਣੇ ਅੰਦਰ ਨੂੰ ਜ਼ਾਹਿਰ ਕੀਤਾ, ਉਹੀ ਖੱਲ ਲਾ ਕੇ ਸੋਟਾ ਮਾਰ ਕੇ ਖੋਤੇ ਨੂੰ ਅੱਗੇ ਲਾ ਲਿਆ ਗਿਆ। ਇਹਦਾ ਮਤਲਬ ਕਿ ਖੱਲ ਜਿਹੜੀ ਸੀ ਉਹ ਸ਼ੇਰ ਦੀ ਸੀ, ਅੰਦਰ ਖੋਤਾਪਨ ਸੀ। ਉੱਥੇ ਵੀ ਗੁਰਦੇਵ ਸਾਨੂੰ ਇਹ ਸਮਝਾਉਣਾ ਚਾਹੁੰਦੇ ਸਨ ਇਸ ਹਾਸ ਰਾਸ ਰਾਹੀਂ ਕਿ ਭਾਈ ਯਾਦ ਰੱਖਿਓ, ਚਿੰਨ ਕਿਤੇ ਸ਼ੇਰਾਂ ਵਾਲੇ ਹੋਣ ਤੇ ਅੰਦਰ ਬਿਰਤੀ ਖੋਤੇ ਵਾਲੀ ਨਾ ਹੋਵੇ। ਅਰਜ਼ ਹੈ ਕਿ ਮਹਾਰਾਜ ਜੀ ਨੇ, ਫਰੀਦ ਸਾਹਿਬ ਨੇ, ਹੁਣ ਆਪਾਂ ਕਹਾਂਗੇ ਜੀ ਇਹ ਜਨੇਊ ਦੀ ਗੱਲ ਕੀਤੀ, ਮਸੀਤ ਦੀ ਕੀਤੀ, ਈਵਨ ਕਿ ਹਰ ਅਧਿਆਤਮਕਵਾਦੀ ਆਮ ਨਾਮ ਰਸੀਆ ਰੂਹਾਨੀਅਤ ਨੂੰ ਕਮਾਉਣ ਵਾਲਾ, ਉਹ ਰੂਹਾਨੀਅਤ ਦੇ ਨਾਮ ਤੇ ਜਦੋਂ ਪਰਪੰਚ ਪਖੰਡ ਚੱਲਦਾ ਹੈ, ਉਹ ਆਪਣੇ ਧਰਮ ਦੇ ਚਿੰਨ੍ਹਾਂ ਨੂੰ ਵੀ ਸਾਹਮਣੇ ਰੱਖ ਕੇ ਬੋਲ ਜਾਂਦਾ ਹੈ। ਫਰੀਦ ਸਾਹਿਬ ਦਾ ਇੱਕ ਬਚਨ ਹੈ, ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ। ਇਹਦੇ ਵੀ ਅਰਥ ਕਿ ਮੋਢੇ ਤੇ ਮੁਸੱਲਾ ਹੈ ਤੇ ਗਲ ਦੇ ਵਿੱਚ ਸੂਫੀਆਂ ਵਾਲਾ ਚੋਲਾ ਪਾਇਆ, ਸੂਫ ਚੋਲਾ ਉਹਨਾਂ ਦਾ, ਉੱਨ ਦਾ। ਕੰਨ ਮੁਸੱਲਾ, ਕੰਧੇ ਦੇ ਉੱਤੇ ਤੂੰ ਮੁਸੱਲਾ ਰੱਖਿਆ ਤੇ ਉਹ ਮੁਸੱਲਾ ਜਿਹਦੇ ਤੇ ਬੈਠ ਕੇ 5 ਵਕਤ ਤੂੰ ਨਮਾਜ਼ ਪੜ੍ਹਨਾ ਹੈ, ਤੇ ਉਹ ਤੇਰੇ ਮੁਸੱਲੇ ਨੂੰ ਦੇਖ ਕੇ ਲੋਕ ਕਹਿੰਦੇ ਆ ਕਿ ਵਾਕਈ ਇਹ 5 ਵਕਤ ਦਾ ਨਮਾਜ਼ੀ ਹੈ। ਮੱਥੇ ਤੇਰੇ ਦੇ ਉੱਤੇ ਸਜਦੇ ਦੇ ਨਿਸ਼ਾਨ ਪੈ ਚੁੱਕੇ ਆ। ਕੰਨ ਮੁਸੱਲਾ ਸੂਫ ਗਲ, ਸੂਫੀਆਂ ਵਾਲਾ ਤੂੰ ਚੋਲਾ ਵੀ ਪਾਇਆ ਹੈ, ਪਰ ਮਹਾਰਾਜ ਕਹਿੰਦੇ ਆ ਜੋ ਕੁਝ ਬਾਹਰ ਹੈ ਉਹ ਅੰਦਰ ਨਹੀਂ। ਦਿਲ ਕਾਤੀ, ਅੰਦਰ ਤੇਰੇ ਕੈਂਚੀਆਂ ਚੱਲਦੀਆਂ ਨੇ ਤੇ ਜ਼ਬਾਨ ਉੱਤੇ ਤੇਰੇ ਕੁਰਾਨ ਦੀਆਂ ਆਇਤਾਂ ਚੱਲਦੀਆਂ ਨੇ। ਫਿਰ ਬੇਨਤੀ, ਬਾਹਰ ਕੁਛ ਹੈ ਅੰਦਰ ਕੁਛ ਹੈ। ਦਿਲ ਕਾਤੀ ਗੁੜਵਾਤ, ਜ਼ਬਾਨ ਗੁੜ ਵਰਗੀ ਮਿੱਠੀ, ਪਰ ਮਿੱਠੀ ਜ਼ਬਾਨ ਦੇ ਥੱਲੇ ਕੈਂਚੀਆਂ ਜਿਹੜੀਆਂ ਨੇ ਜੜਾਂ ਕਤਰੀ ਜਾ ਰਹੀਆਂ ਨੇ। ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਬਾਹਰ ਸਾਰੇ ਬੱਤੀਆਂ ਜਗਾਈਆਂ ਬੈਠੇ ਆ ਤੇ ਅੰਦਰ ਜਿਹੜਾ ਹਨੇਰੇ ਵਿੱਚ। ਇਹਦਾ ਮਤਲਬ ਹੀ ਇਹ ਵੇ ਕਿ ਬਾਹਰ ਵਿਖਾਵੇ ਦਾ ਚਾਨਣ ਹੈ, ਮੈਂ ਧਰਮੀ ਖਾਂ, ਮੈਂ ਆਗੂ ਖਾਂ, ਪਰ ਗੁਰਮੁਖੋ ਅੰਦਰ ਸੱਚਮੁੱਚ ਅਗਿਆਨਤਾ ਦੇ ਹਨੇਰੇ ਚ ਡੁੱਬਾ ਹੈ। ਬਾਬਾ ਸਾਹਿਬ ਨੇ ਇਹ ਵੀ ਕਿਹਾ, ਕਬੀਰ ਸਾਹਿਬ ਜੀ ਨੇ ਵੀ ਇਹ ਇਸਲਾਮ ਦੇ ਸੰਬੰਧ ਵਿੱਚ ਕਈ ਵਾਰੀ ਸ਼ਬਦ ਉਹਨਾਂ ਵਰਤੇ। ਇੱਕ ਉਹਨਾਂ ਦਾ ਸ਼ਲੋਕ ਹੈ, ਸ਼ੇਖ ਸਬੂਰੀ ਬਾਹਰਾ, ਐ ਸ਼ੇਖ ਜਿਹਦੇ ਅੰਦਰ ਸਬਰ ਕੋਈ ਨਹੀਂ। ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ, ਜਾਕੀ ਦਿਲ ਸਾਬਤ ਨਹੀਂ, ਜਾਕੀ ਦਿਲ ਸਾਬਤ ਨਹੀਂ, ਜਿਸ ਦੇ ਦਿਲ ਦੀ ਸਫਾਈ ਨਹੀਂ, ਤਾਕੋ ਕਹਾਂ ਖੁਦਾਏ। ਉਹ ਤੂੰ ਬਾਹਰ ਖਜ ਕਰਨ ਜਾ ਰਿਹਾ ਹੈ, ਅੰਦਰ ਤੇਰਾ ਮੈਲ ਨਾਲ ਭਰਿਆ। ਜੇ ਤੇਰੇ ਅੰਦਰ ਦੀ ਸਫਾਈ ਕੋਈ ਨਹੀਂ ਤੇ ਤੈਨੂੰ ਰੱਬ ਕਿੱਥੇ ਮਿਲਣਾ ਹੈ। ਇਹ ਫਿਰ ਬੇਨਤੀ, ਇਹ ਕੋਈ ਵੀਰ ਮੁਸਲਮਾਨ ਸੁਣ ਕੇ ਨਾ ਕਹੇ ਜੀ ਸਾਡੇ ਤੇ ਬਾਬਾ ਜੀ ਨੇ ਤੀਰਥਾਂ ਵਾਲਿਆਂ ਨੂੰ ਵੀ ਕਿਹਾ। ਮੈਂ ਸਿਰਫ ਇਹ ਬੇਨਤੀ ਕਰ ਰਿਹਾ ਵਾਂ, ਅੱਜ ਗੁਰੂ ਕਹਿੰਦੇ ਨੇ ਜੋ ਤੇਰਾ ਰੁਤਬਾ ਹੈ ਉਸ ਰੁਤਬੇ ਮੁਤਾਬਕ ਤੇਰਾ ਜੀਵਨ ਵੀ ਹੋਵੇ। ਜੋ ਤੂੰ ਆਗੂ ਹੈ ਉਸ ਮੁਤਾਬਕ ਤੇਰਾ ਕਿਰਦਾਰ, ਤੇਰਾ ਇਖਲਾਕ, ਤੇਰਾ ਆਚਰਣ ਵੀ ਹੋਵੇ। ਜੇ ਕਾਜ਼ੀ ਨੂੰ ਕਿਹਾ ਜਾ ਰਿਹਾ, ਖੱਜ ਕਰਨ ਜਾ ਰਹੇ ਨੂੰ ਕਿਹਾ ਰਿਹਾ ਹੈ, ਕਬੀਰ ਸਾਹਿਬ ਕਹਿੰਦੇ ਜਾ ਕੀ ਦਿਲ ਸਾਬਤ ਨਹੀਂ, ਤੇ ਜਿਹੜਾ ਤੀਰਥਾਂ ਤੇ ਜਾ ਰਿਹਾ ਬਾਬਾ ਜੀ ਤਾਂ ਉਹਨੂੰ ਵੀ ਕਹਿੰਦੇ ਨੇ ਕਿ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਉਹਨੂੰ ਵੀ ਉਪਦੇਸ਼ ਦੇ ਰਹੇ ਨੇ, ਅੰਦਰ ਦੀ ਮੈਲ ਕੱਢ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭੌ ਲੱਥੀ ਨਾਤਿਆਂ ਦੋ ਪਾ ਚੜੀਏ ਸਖੋਰ, ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ਨਕੋਰ। ਇੱਥੇ ਵੀ ਗੱਲ ਇਹ ਵੇ ਕਿ ਅੰਦਰ ਕੁਛ ਹੈ ਬਾਹਰ ਕੁਛ ਹੈ। ਤੇ ਮਹਾਰਾਜ ਕਹਿੰਦੇ ਨੇ ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ਨਕੋਰ, ਸਾਧ ਭਲੇ ਅਨ ਨਾਤਿਆਂ ਚੋਰ ਸੇ ਚੋਰਾ ਚੋਰ। ਫਿਰ ਬੇਨਤੀ ਸੁਣਿਓ, ਮੁਸਲਮਾਨ ਵੀਰ ਨੂੰ ਕਹਿ ਰਹੇ ਆ, ਹਿੰਦੂ ਵੀਰ ਨੂੰ ਕਹਿ ਗਏ ਆ, ਇੱਥੋਂ ਤੱਕ ਕਿ ਜਿਹੜੇ ਅਸੀਂ ਗਿਆਨ ਦੀਆਂ ਗੱਲਾਂ ਕਰਨੇ ਆ,
ਕਿਸੇ ਨੂੰ ਮੈਂ ਆਪਣੀ ਗੱਲ ਕਰਾਂਗਾ, ਗੁਰੂ ਜੀ ਸਾਨੂੰ ਵੀ ਕਹਿੰਦੇ ਆ, ਖਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ। ਖਿਰਦੇ ਵਿੱਚ ਤੇਰੇ ਕਪਟ ਹੈ, ਮੁਖ ਤੋਂ ਗਿਆਨ ਦੀਆਂ ਬਾਤਾਂ ਕਰ ਰਹੇ ਹੈ। ਉਹ ਝੂਠਿਆ, ਤੂੰ ਪਾਣੀ ਵਿੱਚ ਮਧਾਣੀ ਪਾ ਕੇ ਬੈਠਾ ਹੈ ਤੇ ਸਾਰੀ ਜ਼ਿੰਦਗੀ ਤੂੰ ਪਾਣੀ ਨੂੰ ਰਿੜਕੀ ਜਾਈ, ਇਹਦੇ ਵਿੱਚੋਂ ਮੱਖਣ ਨਿਕਲਣਾ। ਜਿਹੜਾ ਤੇਰਾ ਦੋ ਤਰ੍ਹਾਂ ਦਾ ਚਿਹਰਾ ਹੈ ਨਾ, ਯਾਦ ਰੱਖੀ, ਇਹਦੇ ਵਿੱਚੋਂ ਤਤ ਵਸਤੂ ਪ੍ਰਾਪਤ ਨਹੀਂ ਹੋਣੀ। ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ। ਕਾਇਆ ਮਾਂਜਸ ਕੌਣ ਗੁਨਾ, ਜੋ ਘਟ ਭੀਤਰ ਹੈ ਮਲਣਾ। ਇਹਦਾ ਮਤਲਬ ਦੋ ਗੱਲਾਂ ਫੇਰ ਹੋ ਗਈਆਂ ਨਾ, ਬਾਹਰੋਂ ਨਹਾ ਰਿਹਾ ਹੈ, ਅੰਦਰ ਮੈਲ ਭਰੀ ਹੋਈ ਹੈ। ਇੱਕ ਬੇਨਤੀ ਹੋਰ ਕਰਕੇ ਆਪਾਂ ਅੱਗੇ ਅਰਥ ਵਿਚਾਰ ਵੱਲ ਜਾਂਦੇ ਹਾਂ। ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਇੱਕ ਗੱਲ ਲਿਖੀ ਹੈ ਕਿ ਇੱਕ ਹਜ਼ਰਤੀ ਰੰਗ ਦਾ ਚੋਲਾ ਪਾ ਕੇ ਮੌਲਵੀ ਬੈਠੇ ਸਨ ਤੇ ਉਹ ਵਿਦਵਾਨ ਬਹੁਤ ਸਨ। ਉਹਨਾਂ ਦੇ ਮੁਰੀਦ ਜਾਂ ਉਹਨਾਂ ਦੇ ਚੇਲੇ ਉਹਦੇ ਕੋਲ ਬੈਠੇ ਸਨ। ਇੰਨੀ ਦੇਰ ਨੂੰ ਕੀ ਹੋਇਆ, ਇੱਕ ਨੱਚਣ ਵਾਲੀ, ਇੱਕ ਨ੍ਰਿਤ ਕਰਨ ਵਾਲੀ ਔਰਤ ਲੰਘੀ ਤੇ ਉਸ ਮੌਲਵੀ ਨੇ ਜਾਣ ਬੁੱਝ ਕੇ ਸ਼ਬਦ ਵਰਤਿਆ, ਕਹਿਣ ਲੱਗੇ ਤੂੰ ਕੌਣ ਹੈ, ਕੀ ਕੰਮ ਕਰਨੀ ਹੈ। ਇਹਦਾ ਮਤਲਬ ਕਿ ਇਹ ਦੱਸਣ ਦੇ ਲਈ ਕਈ ਵਾਰੀ ਬੰਦਿਆਂ ਦੀ ਆਦਤ ਹੁੰਦੀ ਹੈ, ਖਿਮਾ ਕਰਿਓ, ਜਿਹੜਾ ਬੰਦਾ ਕਿਤੇ ਖੋੜੇ ਬਾਤੇ ਔਗਣਾ ਚ ਹੋਵੇ ਤੇ ਬੰਦੇ ਚਾਰ ਬੰਦਿਆਂ ਵਿੱਚ ਖਲੋ ਕੇ ਉਹਦੀ ਬੇਇੱਜ਼ਤੀ ਕਰਦੇ ਆ, ਤੂੰ ਕੌਣ ਹੈ, ਤੇਰੇ ਪੱਲੇ ਕੀ ਹੋ। ਉਹਨਾਂ ਨੂੰ ਰਸ ਮਿਲਦਾ, ਬਾਕੀ ਸੁਣਨ ਵਾਲੇ ਕਹਿਣ ਮੈਂ ਬੜਾ ਧਰਮੀ ਆ। ਉਹਨੇ ਲੰਘਦੀ ਹੋਈ ਉਸ ਨੱਚਣ ਵਾਲੀ ਨਾਚੀ ਨੂੰ ਪੁੱਛ ਬੈਠਾ ਕਿ ਤੂੰ ਕੌਣ ਹੈ। ਉਹਨੇ ਖਲੋ ਕੇ ਕਿਹਾ, ਕਹਿਣ ਲੱਗੀ, ਮੁੱਲਾ ਜੀ ਮੈਂ ਨੱਚਣ ਵਾਲੀ ਹਾਂ, ਮੇਰੇ ਪੈਰਾਂ ਵਿੱਚ ਘੁੰਗਰੂ ਹੁੰਦੇ ਆ, ਮੈਂ ਤਾਲ ਦੇ ਉੱਤੇ ਨੱਚ ਨਹੀਂ ਖਾਂ, ਪਰ ਮੈਨੂੰ ਇੱਕ ਗੱਲ ਦੱਸ ਤੂੰ ਕੌਣ ਹੈ। ਸੁਣਿਓ, ਉਹਨੇ ਕਿਹਾ ਮੈਂ ਜੋ ਕੁਝ ਅੰਦਰੋਂ ਵਾਂ ਉਹ ਕੁਝ ਹੀ ਬਾਹਰੋਂ ਵਾਂ। ਜੇ ਮੈਂ ਨੱਚ ਰਹੀ ਖਾਂ, ਸਭ ਨੂੰ ਪਤਾ ਮੈਂ ਨੱਚ ਨਹੀਂ ਪਈ ਆ, ਮੇਰੇ ਪੈਰਾਂ 'ਚ ਘੁੰਗਰੂ ਹੁੰਦੇ ਆ, ਮੈਂ ਢੋਲ ਦੀ ਥਾਪ ਤੇ ਨੱਚਣੀ ਆ, ਪਰ ਮੈਂ ਤਾਂ ਜੋ ਅੰਦਰੋਂ ਵਾਂ ਉਹ ਹੀ ਨਾਚੀ ਬਾਹਰੋਂ ਆ। ਤੂੰ ਆਪਣੇ ਬਾਰੇ ਦੱਸ, ਬਾਹਰ ਤੇਰਾ ਚੋਲਾ ਹਜ਼ਰਤੀ ਰੰਗ ਦਾ ਤੇ ਅੰਦਰ ਤੇਰੇ ਪਾਪ ਲੁਕਿਆ ਹੋਇਆ ਹੈ। ਮੇਰੇ ਬਾਰੇ ਤਾਂ ਪੁੱਛ ਲੈ ਵੀ ਤੂੰ ਕੌਣ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਭਾਈ ਇਹ ਗੱਲ ਚੇਤੇ ਰੱਖੋ, ਆਪਣੇ ਅੰਦਰ ਦੀ ਮੈਲ ਨੂੰ ਧੋਈਏ, ਸੱਚ ਧਰਮ ਨੂੰ ਅਪਣਾਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਾਇਆ ਇੱਕ ਕਾਗਜ਼ ਹੈ, ਮਨ ਜਿਹੜਾ ਹੈ ਸਮਝੋ ਇੱਕ ਪਰਵਾਨਾ ਹੈ, ਉਹ ਚਿੱਠੀ ਹੈ। ਤੇ ਨਾਲ ਕਹਿ ਰਹੇ ਨੇ ਇਹ ਲੇਖ ਪੜ੍ਹ ਨਹੀਂ ਰਿਹਾ। ਪਰਮਾਤਮਾ ਦੀ ਦਰਗਾਹ ਦੇ ਵਿੱਚ ਰਜ ਗੁਣ, ਤਮ ਗੁਣ, ਸਤ ਗੁਣ ਲੇਖ ਘੜੇ ਜਾਂਦੇ ਖਾ, ਤੇ ਜੇ ਖੋਟਾ ਹੈ ਉਹਦੀ ਕੀਮਤ ਕਿਤੇ ਨਹੀਂ, ਜੇ ਖਰਾ ਹੈ ਤੇ ਖਰੇ ਨੂੰ ਹਰ ਕੋਈ ਚੰਗਾ ਕਹੇਗਾ। ਰਹਾਉ ਕਾਦੀ ਕੂੜ ਬੋਲ ਮਲ ਖਾਏ। ਹੁਣ ਇੱਥੇ ਹਜ਼ੂਰ ਕਹਿ ਰਹੇ ਨੇ ਕਾਦੀ, ਕਾਦੀ ਦਾ ਅਰਥ ਹੈ ਕਾਜ਼ੀ। ਕੂੜ ਬੋਲ ਮਲ ਖਾਏ, ਕੂੜ ਦਾ ਅਰਥ ਹੈ ਝੂਠ, ਝੂਠ ਬੋਲ ਰਿਹਾ ਹੈ। ਮਲ ਖਾਏ ਦਾ ਲਫ਼ਜ਼ੀ ਅਰਥ ਤਾਂ ਮੈਲ ਹੀ ਹੈ ਨਾ, ਪਰ ਇੱਥੇ ਭਾਵ ਅਰਥ ਇਹ ਵੇ ਕਿ ਇਹ ਰਿਸ਼ਵਤ ਖਾ ਰਿਹਾ ਹੈ, ਇਹ ਵੱਡੀ ਖਾ ਰਿਹਾ ਹੈ। ਜਿਵੇਂ ਗੁਰੂ ਸਾਹਿਬ ਜੀ ਬਾਣੀ 'ਚ ਇੱਕ ਬਚਨ ਕਹਿੰਦੇ ਆ ਨਾ ਕਿ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ। ਹੁਣ ਇਹਦਾ ਮਤਲਬ ਜਿਹੜਾ ਕੋਈ ਕਿਸੇ ਦਾ ਬਗਾਨਾ ਹੱਕ ਖਾਂਦਾ ਹੈ, ਮੁਸਲਮਾਨ ਵਾਸਤੇ ਸੂਰ ਦਾ ਮਾਸ ਤੇ ਹਿੰਦੂ ਵਾਸਤੇ ਗਾਂ ਦਾ। ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰ ਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹੁਣ ਲਫ਼ਜ਼ ਦਾ ਮੁਰਦਾਰ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਕਾਜੀ ਝੂਠ ਬੋਲ ਰਿਹਾ ਹੈ ਤੇ ਰਿਸ਼ਵਤ ਲੈ ਰਿਹਾ ਹੈ। ਅਸਲ 'ਚ ਕੀ ਸੀ ਕਿ ਹਜ਼ਰਤ ਮੁਹੰਮਦ ਸਾਹਿਬ ਜੀ ਤੋਂ ਬਾਅਦ ਜਿਹੜੇ ਫੈਸਲੇ ਕਰਦੇ ਸਨ ਉਹ ਖਲੀਫਾ ਸੀ। ਖਲੀਫੇ ਜਿਹੜੇ ਸਨ ਖਲੀਫਾ ਜੱਜਮੈਂਟ ਦਿੰਦਾ ਸੀ। ਉਸ ਤੋਂ ਬਾਅਦ ਜਦੋਂ ਇਸਲਾਮ ਫੈਲਿਆ ਤੇ ਇਹਦੇ ਫੈਲਣ ਦੇ ਨਾਲ ਫਿਰ ਕਾਜੀ ਉਹਦੀ ਪਦਵੀ ਮੁਕਰਰ ਹੋਈ, ਉਹਦੀ ਤਲੀਮ ਹੈ। ਤੇ ਕਾਜੀ ਜਿਹੜਾ ਉਹ ਸ਼ਰਅ ਦੀ ਅਦਾਲਤ ਲਾ ਕੇ ਲੋਕਾਂ ਦੇ ਗੁਨਾਹ ਜਾਂ ਕੇਸ ਸੁਣਦਾ ਹੈ ਤੇ ਫਿਰ ਸ਼ਰਅ ਅਨੁਸਾਰ, ਆਪਣੀ ਕੁਰਾਨ ਅਨੁਸਾਰ, ਆਪਣੇ ਧਰਮ ਅਨੁਸਾਰ ਉਹਨੂੰ ਸੁਣਨ ਤੋਂ ਬਾਅਦ ਸਜ਼ਾ ਦਿੰਦਾ ਹੈ। ਬਹੁਤ ਚੰਗਾ ਚੱਲਦਾ ਰਿਹਾ, ਪਰ ਸਮਾਂ ਆਇਆ, ਇਸ ਬੇਨਤੀ ਨੂੰ ਮੈਂ ਕਿਸੇ ਨੂੰ ਨਫ਼ਰਤ ਦੀ ਅੱਗ ਲਈ ਨਹੀਂ, ਸਮਾਂ ਆਇਆ ਕਿ ਜੱਜਮੈਂਟ ਦੇਣ ਵਾਲੇ ਅੰਦਰੋਂ ਬੇਈਮਾਨ ਹੋ ਗਿਆ।
ਉਹ ਅੰਦਰੋਂ ਬੇਈਮਾਨ ਹੋ ਗਿਆ ਤੇ ਉਹ ਫਿਰ ਕੀ ਕਰਦਾ, ਪੈਸਾ ਜਿਹੜਾ ਰਿਸ਼ਵਤ ਉਹਨੂੰ ਦੇ ਦਿੰਦਾ ਹੈ, ਉਹ ਝੂਠੇ ਨੂੰ ਸੱਚਾ ਤੇ ਸੱਚੇ ਨੂੰ ਝੂਠਾ ਸਾਬਤ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਕਾਦੀ ਆਗੂ ਹੈ, ਪਰ ਕਰੀਏ ਕਿ ਝੂਠ ਬੋਲ ਰਿਹਾ ਹੈ ਤੇ ਝੂਠ ਬੋਲ ਬੋਲ ਕੇ ਮੈਲ ਖਾ ਰਿਹਾ ਹੈ। ਮੈਂ 2 ਉਦਾਹਰਨਾਂ ਆਪ ਜੀ ਨੂੰ ਦੇਣੀਆਂ ਚਾਹਾਂਗਾ ਕਿ ਜਿਹੜੇ ਖਾਸ ਕਰਕੇ ਗੁਰੂ ਕਾਲ ਵਿੱਚ ਵੀ ਫੈਸਲੇ ਹੋਏ ਤੇ ਜਿਨ੍ਹਾਂ ਨੂੰ ਅਸੀਂ ਹਰ ਸਾਲ ਯਾਦ ਕਰਨੇ ਆ। ਕਾਦੀ ਝੂਠ ਬੋਲ ਰਿਹਾ ਹੈ। ਗੁਰੂ ਸਾਹਿਬ ਜੀ ਨੇ ਇੱਕ ਬਚਨ ਹੋਰ ਵੀ ਕਿਹਾ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸਿੱਧਾਂ ਨੂੰ ਮਿਲਦੇ ਆ ਤੇ ਸਿੱਧਾਂ ਨੇ ਹਜ਼ੂਰ ਨੂੰ ਇੱਕ ਵਾਰ ਪੁੱਛਿਆ ਸੀ ਕਿ ਮਹਾਰਾਜ, ਕਿ ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਸਭ ਸਿੱਧੀ ਇਹ ਬੁੱਝਿਆ ਕਲ ਤਾਰ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ ਹੋਂ ਭਾਲਣ ਚੜਿਆ ਸੰਸਾਰਾ। ਪਾਪ ਗ੍ਰਸੀ ਪ੍ਰਿਥਵੀ ਧਵਲ ਕਰਾ ਤਰ ਘੇਟ ਪੁਕਾਰਾ, ਸਿੱਧ ਸ਼ਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਜੋਗੀ ਗਿਆਨ ਵਿਹੂਣਿਆ ਨਿਸ ਦਿਨ ਅੰਗ ਲਗਾਇਨ ਇਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਥੋੜੀ ਜਿਹੀ ਬੇਨਤੀ ਇਸ ਪੰਜਾਬੀ ਦੀਆਂ ਸਤਰਾਂ ਸੰਜੀਏ ਕਿ ਉਹ ਪੁੱਛਦੇ ਨੇ ਕਿ ਮਾਤ ਲੋਕ ਵੀ ਜਿੱਥੋਂ ਤੁਸੀਂ ਆਏ ਹੋ ਉਹ ਪਹਾੜਾਂ ਦੀ ਚੋਟੀ ਤੇ ਬੈਠੇ ਆ, ਜਿੱਥੋਂ ਤੁਸੀਂ ਆਏ ਹੋ ਮਾਤ ਲੋਕ ਦਾ ਕੀ ਹਾਲ ਹੈ। ਮਹਾਰਾਜ ਪਹਿਲਾਂ ਤਾਂ ਉਹਨਾਂ ਨੂੰ ਕਹਿੰਦੇ ਆ ਤੁਸੀਂ ਸਿਰਫ ਆਪਣੇ ਨਿੱਜੀ ਸ਼ਾਂਤੀ ਲਈ ਆਪਣੇ ਫਰਜ਼ ਤੋਂ ਦੌੜ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਆ ਕੇ ਬੈਠ ਗਏ। ਜਿਨ੍ਹਾਂ ਨੇ ਜਨਮ ਦਿੱਤਾ, ਜਿਨ੍ਹਾਂ ਨੇ ਤੁਹਾਡੇ ਤੇ ਇੰਨੀ ਬਖਸ਼ਿਸ਼ ਕੀਤੀ, ਪਰਿਵਾਰ ਨੇ, ਮਾਂ-ਬਾਪ ਨੇ, ਤੁਸੀਂ ਉਹਨਾਂ ਨੂੰ ਸਮਾਜ ਨੂੰ ਛੱਡ ਕੇ ਲੋਕ ਕੇ ਬੈਠ ਗਏ ਹੋ। ਤੇ ਮਹਾਰਾਜ ਕਹਿੰਦੇ ਸਿਰਫ ਪਿੰਡੇ ਤੇ ਸਵਾਹ ਮਿਲੀ ਜਾਂਦੇ ਹੋ, ਤੁਸੀਂ ਪੁੱਛਦੇ ਪਏ ਹੋ ਵੀ ਥੱਲੇ ਹਾਲ ਕੀ ਹੈ। ਤੇ ਮਹਾਰਾਜ ਫਿਰ ਕਹਿੰਦੇ ਨੇ ਸੱਚ ਦਾ ਚੰਦਰਮਾ ਅਲੋਪ ਹੋ ਗਿਆ, ਮੱਸਿਆ ਦੀ ਕਾਲੀ ਬੋਲੀ ਰਾਤ ਆ ਗਈ ਹੈ। ਮੈਂ ਲੱਭਣ ਤੁਰਿਆ ਕਿ ਕਿਤੇ 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 ਸੱਚ ਦੀ ਚਿਣਗ ਪਈ ਹੋਈ। ਹੁਣ ਮੇਰੀ ਬੇਨਤੀ ਸੁਣਿਓ, ਇਸ ਪੌੜੀ ਤੋਂ ਅਗਲੀ ਪੌੜੀ ਵਿੱਚ ਗੁਰਦੇਵ ਦੱਸਦੇ ਆ ਵੀ ਮਾਤ ਲੋਕ ਵਿੱਚ ਕੀ ਹੈ। ਮੈਂ ਫਿਰ ਰਿਪੀਟ ਕਰਾਂਗਾ। ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਕਿ ਮਾਤ ਲੋਕ ਵਿੱਚ ਕੀ ਵਰਤਾਰਾ ਵਰਤ ਰਿਹਾ, ਕਿਹੋ ਜਿਹੇ ਲੋਕ ਨੇ, ਰਾਜੇ ਕਿਸ ਤਰ੍ਹਾਂ ਦੇ ਨੇ, ਕਾਜੀ ਕਿਸ ਤਰ੍ਹਾਂ ਦੇ ਨੇ, ਸਮਾਜ ਕਿਹੋ ਜਿਹਾ ਹੈ, ਗੁਰੂ ਕਿਹੋ ਜਿਹੇ ਨੇ, ਚੇਲੇ ਕਿਹੋ ਜਿਹੇ ਨੇ, ਮੁਰੀਦ ਕਿਹੋ ਜਿਹੇ ਨੇ, ਧਰਮ ਅਸਥਾਨ ਕਿਹੋ ਜਿਹੇ ਨੇ, ਉਹ ਪੁੱਛ ਰਿਹਾ। ਮਾਤ ਲੋਕ ਵਿੱਚ ਕਿਆ ਵਰਤਾਰਾ। ਤੇ ਇਹ ਵੀ ਗੱਲ ਸਮਝ ਪੈ ਗਈ ਸਭ ਸਿੱਧੀ ਇਹ ਬੁੱਝਿਆ ਕਲ ਤਾਰ ਨਾਨਕ ਅਵਤਾਰਾ। ਹੁਣ ਅਗਲੀ ਪੌੜੀ ਚ ਮਹਾਰਾਜ ਦੱਸਦੇ ਪਿਆ ਜੋਗੀਓ ਸੁਣੋ, ਕੱਲ ਆਈ ਕੁੱਤੇ ਮੁਖੀ ਖਾਜ ਹੋਆ ਮੁਰਦਾਰ ਗੁਸਾਈ। ਇਸ ਪਵਿੱਤਰ ਬੇਨਤੀ ਨੂੰ ਸੁਣਿਓ ਧਿਆਨ ਨਾਲ। ਮਹਾਰਾਜ ਨੇ ਇਹ ਸ਼ਬਦ ਕਹੇ, ਉਹਨਾਂ ਪੁੱਛਿਆ ਹਾਲਾਤ ਕੈਸੇ ਨੇ। ਜਿਵੇਂ ਹੁਣ ਆਪੇ ਵੀ ਕਈ ਵਾਰੀ ਸੱਜਣ ਪੁੱਛ ਲੈਂਦੇ ਅੱਜ ਕੱਲ ਦੇ ਹਾਲਾਤ ਕੈਸੇ ਨੇ। ਮੈਨੂੰ ਯਾਦ ਹੈ ਪਿਛਲੀ ਵਾਰੀ ਸਿੰਘ ਸਾਹਿਬ ਨੇ ਕਿਹਾ ਇੱਕ ਪੱਤਰਕਾਰ ਜੀ ਅੱਜ ਕੱਲ ਤੇ ਕਿਉਂ ਨਹੀਂ ਬੋਲਦੇ, ਤੇ ਮੈਂ ਉਦੋਂ ਕਿਹਾ ਸੀ ਜੇ ਅੱਜ ਕੱਲ ਤੇ ਬੋਲੇ ਸਾਰੇ ਬਾਹਰ ਨਿਕਲ ਜਾਣਾ ਇੱਥੋਂ। ਉੱਥੇ ਉਹਨਾਂ ਛੇੜ ਬੈਠੇ ਬਾਬਾ ਜੀ ਨੂੰ ਪੁੱਛਦੇ ਆ ਜੀ ਮਾਤ ਲੋਕ ਵਿੱਚ ਕਿਆ ਵਰਤਾਰਾ। ਬਾਬਾ ਜੀ ਕਹਿਣ ਲੱਗੇ ਕੱਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ। ਹੇ ਗੁਸਾਈ, ਬੜਾ ਸ਼ਬਦ ਪਿਆਰਾ ਵਰਤਿਆ। ਲੋਕਾਂ ਦੀ ਬਿਰਤੀ ਕੁੱਤੇ ਮੁਹੀ ਹੋ ਗਈ ਹੈ। ਕੁੱਤੇ ਮੁਹੀ ਬਿਰਤੀ ਬੜੀ ਭੈੜੀ ਹੈ। ਭਾਵੇਂ ਅਸੀਂ ਇਹਨੂੰ ਸਿੱਧਾ ਜਿਹਾ ਅਰਥ ਕਰਨੇ ਆ ਜੀ, ਕੁੱਤੇ ਮੁਹੀ ਬਿਰਤੀ ਦਾ ਅਰਥ ਲਾਲਚ ਵੀ ਕਰਨੇ ਆ ਨਾ। ਜਿਹਨੂੰ ਕੁੱਤੇ ਮੁਹੀ ਬਿਰਤੀ ਹੈ ਕਿ ਜੇ ਉਹਨੂੰ ਮਿੱਠਾ ਮਿਲੇ ਉਹ ਵੀ ਖਾ ਲੈਂਦਾ, ਜੇ ਉਹਨੂੰ ਆਟੇ ਦੀ ਰੋਟੀ ਮਿਲੇ ਤੇ ਉਹ ਵੀ ਖਾ ਲੈਂਦਾ। ਚੇਤੇ ਰੱਖਿਓ ਕਈ ਵਾਰੀ ਉਹ ਗੰਦਗੀ ਨੂੰ ਮੂੰਹ ਮਾਰ ਜਾਂਦਾ ਕੁੱਤਾ, ਇੱਥੋਂ ਤੱਕ ਕਿ ਉਹ ਕੱਚਾ ਆਟਾ ਵੀ ਖਾ ਜਾਂਦਾ, ਜਾਂਦਾ ਹੋਇਆ ਚੱਕੀ ਵੀ ਚੱਟ ਜਾਂਦਾ। ਤੇ ਕਈ ਵਾਰੀ ਇੰਨਾ ਨਿਕੰਮਾ ਸੁੱਕੀ ਹੱਡੀ ਮਿਲ ਜਾਏ ਤੇ ਉਹਨੂੰ ਚਿੱਥੀ ਜਾਂਦਾ, ਆਪਣੇ ਅੰਦਰ ਦੇ ਮਸੂੜੇ ਦਾ ਖੂਨ ਹੀ ਪੀ ਜਾਂਦਾ ਹੈ। ਕੁੱਤੀ ਮੂਹੀ ਇੱਕ ਬਿਰਤੀ ਹੈ ਜਿੱਥੇ ਬੰਦੇ ਦਾ ਕੋਈ ਅਸੂਲ ਨਹੀਂ। ਕੱਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ। ਲੋਕਾਂ ਦਾ ਖਾਣਾ ਮੁਰਦਾਰ ਬਣ ਗਿਆ ਹੈ। ਅੱਗੇ ਹੁਣ ਫਿਰ ਸਤਿਗੁਰੂ ਕਹਿੰਦੇ ਆ ਸੁਣੋ ਕੀ ਵਰਤ ਰਿਹਾ ਹੈ। ਤੇ ਜਿਹੜਾ ਬਾਬਾ ਜੀ ਨੇ ਮੁੱਦਤ ਪਹਿਲਾਂ ਕਿਹਾ, ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿਸੇ ਨੂੰ ਟਾਰਗੇਟ ਬਣਾ ਕੇ ਨਹੀਂ। ਜੇ ਅਸੀਂ ਕਹੀ ਜੀ ਉਦੋਂ ਸਮਾਂ ਬੜਾ ਚੰਗਾ ਸੀ, ਮਹਾਰਾਜ ਵੇਲੇ ਕਿੰਨਾ ਚੰਗਾ ਨਹੀਂ ਪਿਆਰਿਓ। ਸਦੀਆਂ ਪਹਿਲਾਂ ਜਿਹੜੇ ਔਗਣ ਸੋਣ ਅੱਜ ਵੀ ਸਮਾਜ ਵਿੱਚ ਪ੍ਰਚਲਿਤ ਨੇ। ਉਹ ਇਹ ਕਹਿਦੀ ਵੀ ਔਗਣ ਉਦੋਂ ਸਨ, ਹੁਣ ਨਹੀਂ, ਜਾਂ ਹੁਣ ਨੇ ਉਦੋਂ ਨਹੀਂ ਸਨ। ਸਤਯੁਗ ਵਿੱਚ ਪੜੋ, ਤ੍ਰੇਤੇ ਵਿੱਚ ਪੜੋ, ਦੁਆਪਰ ਵਿੱਚ ਪੜੋ, ਇਹ ਸਾਰਾ ਵਰਤਾਰਾ ਤਾਂ ਉਦੋਂ ਵਰਤਦਾ ਪਿਆ ਹੈ।
ਅੱਜ ਤੋਂ 500 ਸਾਲ ਪਹਿਲਾਂ ਬਾਬਾ ਜੀ ਕਹਿ ਰਹੇ ਨੇ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚਿਟ ਜਾਓ। ਤੇ ਆਪਾਂ ਅੱਜ ਵੀ ਸ਼ਬਦ ਵਰਤਨੇ ਆ, ਬਾਬਾ ਜੀ ਪਹਿਲਾਂ ਕਹਿ ਗਏ, ਪਰ ਅੱਜ ਜਦੋਂ ਸ਼ਬਦ ਵਰਤਨੇ ਕਦੀ ਇਹ ਹੋ ਗਿਆ ਜੀ ਕਿ 500 ਸਾਲ ਬਾਅਦ ਸਭ ਠੀਕ ਹੋ ਗਿਆ? ਨਹੀਂ। ਮੇਰੀ ਬੇਨਤੀ ਹੈ, ਮਹਾਰਾਜ ਕਹਿ ਰਿਹਾ ਕਿ ਕੱਲ ਆਈ ਕੁੱਤੇ ਮੋਹੀ ਕਾ ਖਾਜ ਹੁਆ ਮਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ, ਰਾਜੇ ਪਾਪ ਕਮਾਉਂਦੇ ਪਏ ਨੇ। ਉਲਟੀ ਵਾੜ ਖੇਤ ਕੋ ਖਾਈ, ਜਿਸ ਨੇ ਵਾੜ ਬਣ ਕੇ ਖੇਤ ਦੀ ਰਖਵਾਲੀ ਕਰਨੀ ਸੀ, ਉਹ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ। ਉਲਟੀ ਵਾੜ ਖੇਤ ਕੋ ਖਾਈ। ਅੱਗੇ ਜੀ, ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖੋ ਅਲਾਈ। ਪਰਜਾ ਕੋਲ ਗਿਆਨ ਕੋਈ ਨਹੀਂ, ਝੂਠ ਕੁਸਤ ਫਰੇਬ, ਸਿਰਫ ਉਹੀ ਗੱਲ ਚੱਲ ਰਹੀ ਹੈ। ਕੂੜ ਕੁਸਤ ਮੁਖੋਂ ਅਲਾਈ, ਸਤਿਗੁਰੂ ਦੇ ਇਹ ਬਚਨ ਨੇ, ਪਰ ਭਾਈ ਸਾਹਿਬ ਦੀ ਰਚਨਾ ਵਿੱਚੋਂ ਨੇ। ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮਰਦਾਰ ਕੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖੋ ਅਲਾਈ। ਅੱਗੇ ਜੀ, ਚੇਲੇ ਸਾਜ ਵਜਾਏਂਦੇ, ਨੱਚਨ ਗੁਰੂ ਬਹੁ ਵਿਦ ਭਾਈ, ਸੇਵਕ ਬੈਠਣ ਘਰਾਂ ਵਿੱਚ, ਗੁੜ ਉੱਠ ਘਰੀ ਤੜਾੜੇ ਜਾਈ। ਇਹਦੇ ਵਿੱਚ ਹੀ ਮਹਾਰਾਜ ਨੇ ਕਿਹਾ, ਕਾਜੀ ਹੋਏ ਰਿਸ਼ਵਤੀ, ਆਹ ਹੈ ਕਾਦੀ ਕੂੜ ਬੋਲ ਮਲਖਾਏ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਤੇ ਮਹਾਰਾਜ ਕਹਿੰਦੇ, ਇਸਤਰੀ ਪੁਰਖ ਹੈ ਦਾਮ ਹਿਤ, ਭਾਵੇਂ ਆਓ ਕਥਾਓ ਜਾਈ। ਮਰਦ ਤੇ ਇਸਤਰੀ ਦੀ ਮੁਹੱਬਤ ਸਿਰਫ ਦਮੜੇ ਵੇ, ਕੋਈ ਨਹੀਂ ਪੁੱਛਦਾ ਕਿੱਥੋਂ ਆਇਆ, ਕੀ ਕਰਕੇ ਆਇਆ। ਮਹਾਰਾਜ ਕਹਿੰਦੇ, ਵਰਤਿਆ ਪਾਪ ਸਭ ਜਗਮਾਗੀ, ਸਿਰ ਪਾਪ ਹੀ ਵਰਤਿਆ। ਮੈਂ ਜਿਹੜੀ ਆਪ ਨੂੰ ਬੇਨਤੀ ਕਰ ਲੱਗਾ, ਕਾਦੀ ਕੂੜ ਬੋਲ ਮਲਖਾਏ, ਦੋ ਮੈਂ ਅਰਜ਼ ਕਰਨੀਆਂ ਨੇ, ਇਹਨੂੰ ਦਵੈਸ਼ ਚ ਨਹੀਂ ਪਲੀ ਅਰਥ ਕਰਨੇ। ਸਾਡੇ ਨਾਲ ਜੋ ਵਾਪਰਿਆ ਸਾਡੇ ਗੁਰੂ ਸਾਹਿਬਾਨ ਜੀ ਨਾਲ, ਹੁਣ ਦਿੱਲੀ ਚਾਂਦਨੀ ਚੌਂਕ ਵਿੱਚ ਹਜ਼ੂਰ ਨੂੰ ਸ਼ਹੀਦ ਕੀਤਾ ਗਿਆ। 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ। 10 ਨਵੰਬਰ ਇੱਕ ਦਿਨ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਪਰ ਮੇਰੀ ਬੇਨਤੀ ਹੈ ਕਿ ਜਿਹੜਾ ਫਤਵਾ ਸੁਣਾ ਰਿਹਾ ਹੈ, ਅਸੀਂ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਸਾਡੇ ਸਮਰੱਥ ਸਤਿਗੁਰੂ, ਤੇ ਆਹ ਵਰਾ ਜਿਹੜਾ ਲੰਘਦਾ ਪਿਆ ਪ੍ਰਬੰਧਕ ਕਮੇਟੀ ਵੀ, ਸਾਰੇ ਵੀ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਆਗਮਨ ਪੁਰਬ ਮਨਾ ਰਹੇ ਹਾਂ। ਉਹਨਾਂ ਦੀ ਬਾਣੀ 57 ਸ਼ਲੋਕ ਤੇ 59 ਸ਼ਬਦ, ਤੇ ਜਿਨ੍ਹਾਂ ਦਾ ਇੱਕ ਇੱਕ ਬਚਨ ਮੈਂ ਥੋੜਾ ਜਿਹਾ ਬੇਨਤੀ ਕਰ ਜਾਣਾ ਕਿ ਗੁਰੂ ਤੇਗ ਬਹਾਦਰ ਜੀ ਦਾ ਇੱਕ ਇੱਕ ਬਚਨ ਜਿਹੜਾ ਹੈ, ਉਹ ਸਾਨੂੰ ਮੌਤ ਤੇ ਫਤਿਹ ਪਾ ਕੇ ਪ੍ਰਮਾਤਮਾ ਨਾਲ ਜੋੜ ਰਿਹਾ ਹੈ। ਭਾਵੇਂ ਕਈ ਵਾਰੀ ਅਸੀਂ ਕਹਿੰਦੇ ਆ ਮਹਾਰਾਜ ਬੈਰਾਗ ਦੀ ਗੱਲ ਕਰਦੇ ਆ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਤਿਆਗ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਬੈਰਾਗ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਨੁਰਾਗ ਹੈ। ਤਿਆਗ ਹੈ, ਬੈਰਾਗ ਹੈ, ਅਨੁਰਾਗ ਹੈ। ਤੇ ਜਿੱਥੇ ਨਾਸ਼ਵਾਨਤਾ ਦੀ ਗੱਲ ਕਰਦੇ, ਉਂਝ ਪਹਿਲਾ ਸ਼ਬਦ ਗੁਰੂ ਸਾਹਿਬ ਦਾ ਇਹ ਵੇ, ਸਾਧੋ ਮਨ ਕਾ ਮਾਨ ਤਿਆਗੋ। ਪਿਆਰਿਓ, ਸਾਧਨਾ ਵਾਲੇ ਨੂੰ ਕਿਹਾ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨਸ ਭਾਗੋ। हे ਸਾਧਨਾ ਕਰਨ ਵਾਲੇ ਪੁਰਖੋ, ਇੱਥੇ ਇੰਨਾ ਬਰੀਕ ਸ਼ਬਦ ਵਰਤਿਆ, ਮਨ ਕਾ ਮਾਨ ਤਿਆਗੋ। ਵੇਖਿਓ, ਸਾਧਨਾ ਕਰਦੇ ਕਰਦੇ ਆਪਣੀ ਸਾਧਨਾ ਵਿੱਚ ਹੀ ਖੌਮੇ ਦੇ ਫੁਰਨੇ ਨਾ ਪੈਦਾ ਹੋ ਜਾਣ। ਆਪਣੇ ਮਨ ਦੇ ਮਾਨ ਨੂੰ ਤਿਆਗ ਦਿਓ, ਕਾਮ ਕ੍ਰੋਧ ਦੀ ਸੰਗਤ ਤੋਂ ਦੂਰ ਰਹੋ। ਮਹਾਰਾਜ ਸ਼ਬਦ ਵਰਤ ਰਹੇ ਆ। ਤੇ ਮੈਂ ਬੇਨਤੀ ਕਰਾਂ ਜੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਸਿੱਧੀ ਗੱਲ 59 ਸ਼ਬਦਾਂ ਵਾਸਤੇ ਜੇ ਸਮਾਂ ਨਹੀਂ, ਉਂਝ ਜੇ ਸਾਰੀ ਬਾਣੀ ਬੋਲ ਕੇ ਪੜ੍ਹੀਏ ਨਾ, ਕਿਉਂਕਿ ਗੁਟਕਾ ਤੁਹਾਨੂੰ ਇੱਥੋਂ ਹੀ ਮਿਲ ਜਾਣਾ ਧਰਮ ਪ੍ਰਚਾਰ ਕਮੇਟੀ ਤੋਂ, ਬੋਲ ਕੇ ਪਾਠ ਕਰੋ, 1 ਘੰਟੇ ਸਵਾ ਘੰਟੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਪੜ੍ਹੀ ਜਾਂਦੀ ਹੈ। ਜੇ ਨਹੀਂ ਘੱਟ ਸਮਾਂ, ਘੱਟੋ ਘੱਟ ਜੈਜਾਵੰਤੀ ਰਾਗ ਦੇ 4 ਸ਼ਬਦ ਪੜ੍ਹ ਲਓ। ਗੁਰਮੁਖੋ, ਸੱਚ ਇਹ ਵੇ 55 ਸ਼ਬਦਾਂ ਦਾ ਨਿਚੋੜ ਨੇ। ਜੈਜਾਵੰਤੀ ਦੇ 4 ਸ਼ਬਦ, ਪਹਿਲੇ ਜਿਹੜੇ 55 ਸ਼ਬਦ ਨੇ ਉਹਨਾਂ ਦਾ ਤੱਤ ਨੇ ਜੀ। ਜੇ ਇਹ ਵੀ ਨਹੀਂ ਤੇ ਘੱਟੋ ਘੱਟ ਮਿੰਟ ਸਾਰੇ 10 ਕ ਲੱਗਣੇ ਆ, 15 ਆਪਾਂ ਸ਼ਲੋਕਾਂ ਦਾ ਪਾਠ ਕਰ ਲਈਏ। ਸੱਚ ਇਹ ਵੇ ਸ਼ਲੋਕ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੀ ਨਿਚੋੜ ਨੇ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ।
मैं सिर्फ बेनती कर रहा, कादी कूड़ बोल मल खाए। हुण जदों हजूर नूं शहीद करन दा फतवा दिता, सिखां नूं शहीद करन दा फतवा दिता, ते ओहदे हत्थ विच भी तां धर्म दी किताब सी ना। अरज ध्यान नाल सुणियो, ओहदे कोल भी धर्म दी किताब है, वह भी शरा अनुसार कह रहा मैं अपने धर्म मुताबिक ये कह रहा। ते इधर गुरु तेग बहादुर कह रहा सिर चला जाए पर मैं अपना धर्म नहीं त्यागना। लव तो दोनों इको जाए ना। थोड़ी जी मेरी इच्छा सी भी मैं बेनती कर दिया भी ये साडे नाल वापरिया जो कुछ। हुण फिर बेनती, एक पासे गुरु गोबिंद सिंह जी कह रहे आ कि गुरु तेग बहादुर धर्म दी स्वतंत्रता लई शहीद होए। गुरु तेग बहादुर साहब जी धर्म की रखिया लई शहीद होए, ते गुरु तेग बहादुर आत्म पुरख की गौरवता नूं कायम रखण वास्ते शहीद होए। धर्म की गल कीती, तिलक जन्यू राखा प्रभ ताका कीनो बड़ो कलू में, साका साधन हेत इति जन करी सीस दिया पर सी ना उतरी। धर्म हेत साका जिन किया, हुण धर्म हेत साका किया, ते दूजे पासे जिहड़ा किताब खोल के काजी बैठा वह भी तां कहंदा मैं धर्मी हाँ। इस नुकते नूं सुणियो, मेरी बेनती है ऐसी किसे नूं मैं आरंभ च कहा कि गुरु जदों भी किसे नूं समझाते ने, बामण नूं, काजी नूं, जोगी नूं, मुल्ला नूं, जैनी नूं, एक गल जहन च रख के तुरियो, गुरु दवैश च नहीं बोलता, गुरु सुमत देने वास्ते बोलते। हुण असीं अगे देखांगे। हुण काजी जिहड़ा वो फतवा दे रहा है, ते गुरु गोबिंद सिंह कहंदे ने कि गुरु तेग बहादुर साहब सच्चे पातशाह उन्हें रख दिखाई, ते अज तक असीं कहने गुरु तेग बहादुर धर्म की चादर है, पर उत्थे काजी बेईमान है, वो गलत अर्थ कर रहे शरा दे। इहनूं गुरु कहंदा है कि काजी नूं माड़ा नहीं कह रहे, तेरा करतब माड़ा है। दूसरी चलो इत्थे कहांगे जी उत्थे ते किसी हा दा नारा ही नहीं मारिया, सिर 3 सिख शहीद होए, महाराज शहीद होए। भाई साहब भाई जैता जी ਜਿਹੜੇ ਬਾਅਦ ਵਿੱਚ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਬਣੇ, ਉਹ ਹਜ਼ੂਰ ਦਾ ਸੀਸ ਲੈ ਕੇ ਤੁਰੇ, ਦਿੱਲੀ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਆਏ। ਜੋ ਪੜਾ ਅਸੀਂ ਪੜ੍ਹੇ ਜੀ, ਦਿੱਲੀ ਤੋਂ ਤੁਰਦਿਆ ਬਾਗਪਤ, ਤਰਾਵੜੀ, ਅੰਬਾਲਾ, ਨਾਭਾ ਸਾਹਿਬ, ਕੀਰਤਪੁਰ ਸਾਹਿਬ। ਤੇ ਮੈਂ ਇੱਕ ਦਿਨ ਕਿਹਾ ਸੀ ਦੁਨੀਆ ਵਿੱਚ ਸਿਰਫ ਇੱਕੋ ਇੱਕ ਮਿਸਾਲ ਹੈ, ਸਰੀਰ ਇੱਕ ਤੇ ਸੰਸਕਾਰ ਦੋ, ਤੇ ਦੋਨਾਂ ਵਿੱਚ 7 ਦਿਨਾਂ ਦਾ ਫਰਕ, ਬਾਕੀ ਕਿਤੇ ਨਹੀਂ ਮਿਲੇਗੀ। ਧੜ ਦਾ ਸੰਸਕਾਰ ਦਿੱਲੀ ਹੋ ਰਿਹਾ ਹੈ, ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਹੋ ਰਿਹਾ ਹੈ। ਉਹਨੇ ਇੱਕ ਸੀਸ ਲਾਣਾ ਚਾਹਿਆ ਕਿ ਮੈਂ ਜੀ ਸੀਸ ਲਾਣ ਲੱਗਾ, ਉਹ ਯਾਦ ਰੱਖਿਓ ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਦੇ ਸੀਸ ਦੇ ਖੂਨ ਦੇ ਤੁਪਕੇ ਗਏ, ਉਹ ਸਾਰੀਆਂ ਥਾਵਾਂ ਗੁਰੂ ਦੀਆਂ ਸੀਸ ਗੰਜ ਬਣ ਗਈਆਂ। ਇੱਕ ਹੋਰ ਸਿਰਫ ਬੇਨਤੀ, ਆਪ ਜੀ ਦਰਬਾਰ ਸਾਹਿਬ ਦਰਸ਼ਨ ਕਰਦੇ ਹੋ, ਇੱਥੇ ਮੱਥਾ ਟੇਕਨੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਗੰਜ ਕਹਿੰਦੇ ਆ ਨਾ, उत्ते बाबा गुरबख्श सिंह का शहीदगंज, लाहौर भाई तारू सिंह जी का शहीदगंज, सिंघणियां वाला गुरुद्वारा शहीदगंज। गुरमुखो बड़ा बड़ा कोई देगा गुरु तेग बहादुर। गुरु तेग बहादुर साहब ने केवल रूहानियत का खजाना नहीं दिता, उन्होंने शहादत दे के सीस गंज, सीस का खजाना दे दिता। गुरु ने सीस गंज बनाया, सिखा ने सिर ला ला के शहीदगंज बना दिते। उतरिया तो सीस बाबा दीप सिंह का भी, पर आप कहने बाबा दीप सिंह का सीस गंज नहीं, सिखां दे शहीद गंज ने। गुरु तेग बहादुर साहब का सीस गंज है, उत्थे काजी बोल रहे हैं। चलो उस तो बाद एक उदाहरण मैं होर देनी कि गुरु गोबिंद सिंह के जफरनामे च महाराज कहते ने, ना कतरा मारा इतबारे बरोस्त के बख्शी वा दीवा हमा किजब गोश्त। महाराज ने बकायदा ना लै, ये फिर शेर है, ये 14 नंबर शेर है। महाराज कहते ना कतरा मारा इतबार ए बरोस्त। कतरा आप कहने थोड़ा जिन्ना भी कतरा कहने ना, ना कतरा मारा इतबार ए बरोस्त, मैनू एक कतरे जिन्ना भी तेरे काजियां ते तेरे सेनापतियां ते तेरे वजीरां ते भरोसा नहीं। क्यों? महाराज कहने के बख्शी वा दीवान, तेरे सेनापति ते तेरे दीवान वजीर हमा दर ते सारे दे सारे बेईमान ने। किजब गोश्त किन्ना दी गल करना, एक कुरान पकड़ वे झूठ बोली जाते हैं, ये जफरनामे च। इसे गल नूं महाराज ने फिर अगे क्या कि हमू मर्द बायद शबद सुखनवर, ना शिकमे दिगर दर दहाने दिगर। जे गुरु नानक साहब अज कह रहे ने कादी कूड़ बोल मल खाए, 10वां पातशाह भी कह रहे हो लोको
ਜੇ ਆਪਣੇ ਧਰਮ ਦੀ ਕਿਤਾਬ ਦਾ ਸਤਿਕਾਰ ਕਰਦੇ ਹੋ ਫਿਰ ਸਹੁੰ ਚੁੱਕ ਕੇ ਮੁਕਰੀ ਦਾ ਨਹੀਂ ਹੁੰਦਾ। ਜਿਹੜਾ ਧਰਮ ਦੀ ਸਹੁੰ ਚੁੱਕ ਲਓ ਸਿਰ ਦੇ ਜਾਂਦਾ, ਕਦੀ ਪਿੱਛੇ ਨਹੀਂ ਹਟਦਾ ਹੁੰਦਾ। एक महाराज का शेर हो है, बा मुसब कसम खुफिए घर खुर्द में ना यक गाम हम पेश अजा बुर्द में। बा मुसब का अर्थ होंदा धर्म ग्रंथ, वैसे कुरान कर दे। हजूर ने फरमाया कि तुसी तां लिख के धर्म ग्रंथ दी सौं चुकी, तेरा काजी आया उन्हें सौं चुकी ते मुकर गए। कहने जे मैं फुरने दे तौर ते भी किते सौं चुकी हुंदी, रब गवाए मैं कदी एक पैर भी नहीं से अगे पटना। गुरु उन्होंने भी धर्म सिखा रहे। मैं बेनती जी दूजी कर लगा, हुण सरहंद की धरती है, वजीर खान की कचहरी है, ते फतवा किन्ने दिता सी जी? नीहां च खड़े करन दा फतवा काजी ने दिता है ना। जदों उन्हें कहा जी इकट्ठे जाएंगे सब कुछ, पर याद रखियो उस फतवे नूं मुसलमान ने चैलेंज किया। फतवा काजी ने दिता, पर मलेर कोटलीए ने विच खलो के हा दा नारा मारिया कि गलत इंटरप्रिटेशन कर लिया, इस्लाम इजाजत नहीं देंदा बच्चियां नूं मारन दी। काजी ने ते जजमेंट दे दी, पर उहदे खिलाफ उत्थे ही वो बोलिया। इत्थे महाराज ये समझाते पे कि काजी झूठे फैसले देंदा है, कूड़ बोल रहा, रिश्वत है। ते सच जे जदों धर्म अस्थान ते बैठे कोई बंदे भ्रष्ट हो जान, उदों संसार डुब जाता है। था नष्ट जग भ्रष्ट होए, डूबता है जग। महाराज ने इत्थे शब्द वरत्या, कादी कूड़ बोल मल खाए, झूठ बोल रहा है ते रिश्वत इकट्ठी करदा है। ब्राह्मण नहावै जिया घाए। सतगुरु सच धर्म की गल कर रहे हैं। हजूर कहते ने ब्राह्मण इशनान भी करदा है, तीर्थ इशनान भी करदा है, नहान लग्या कंन नाल जनेऊ भी बन लेंदा, किरिया सोधन लग्या। पर महाराज कहते जीवां दे घात भी कर रहा है। जबान दे चस्के भी खांदा सी जी। जे कहो ना नहीं कहो बकरा रिन खाया सब को आखे पाए, वो भी तो शामिल से। पर इहदा भाव अर्थ ये भी आप लांगे, एक पासे तीर्थ इशनान करदा है, दूजे पासे सच्ची ये वे कि अपनियां दा ही नुकसान करदा है। किसे नूं शूदर कह रहा है, किसे नूं माड़ा कह रहा है। हजूर कहंदे नहांदा पिया है, पर यह भी जीव घात कर रहा है। ब्राह्मण नहावै जियां घाए, जोगी जुगत न जाणै अंध। हुण तीसरा है जोगी। जुगत दा लफ्जी अर्थ है जीवन जीण दा तरीका, ढंग। हजूर कहंदे काजी कोल इत्थे वेखो, जेड़ा काजी है ना जज वो सी उस वेले, क्योंकि हाकिम है, हाकम दा वो जज है। काजी फैसले झूठ बोल के सुना रहा है। ब्राह्मण जेड़ा वो तीर्थ इशनान करदा है, पर गुरमुखो सच्ची मुच्ची वो जीव घात भी नाल कर रहा है, धक्का भी कर रहा है। उस तो अगे कहते जोगी साधना वल चलिया, ਉਹਦੇ अंदर घट्टो घट ये इच्छा तो कहे मैं कुछ पाना है, पर उन्होंने जिंदगी जीण दा तरीका नहीं आया। दीने उजाड़े का बंद। हजूर कहंदे ने तुसां तां उजाड़ पैन तो बचाना सी, तुसी तां समाज दी वारस हो, ते तुसी उजाड़ खुद तुसी हो आप इनू उजाड़न लग पे। काजी भी, ब्राह्मण भी, जोगी भी। महाराज सच्चे पातशाह कहंदे तिन्ने ते तिन्ने इन्हां ने उजाड़ा रखिया है। सो जोगी जो जुगत पछाणै। हुण इत्थों तक मेरी एक बेनती है कि क्योंकि असीं होर इत्थों तक लाता भी काजी आ, ब्राह्मण आ, हुण अगे सतगुरु समत देंदे पए आ इस गल नूं। ਉਹ ਦੇ ਦੱਸ ਰਿਹਾ कि ਜਿਹੜਾ मैं तेरे बारे कहा भी तू कूड़ बोल रहे हैं, जोगी नूं कहा तेन जुगत कोई नहीं, ब्राह्मण नूं कहा तू नहाउना है ते जी घात करना है। हुण सतगुरु समत देंदे आ भी जोगी कौन है, काजी कौन है, मुसलमान कौन है, ब्राह्मण कौन है। सतगुरु फिर बख्शिश करो जी, पढ़ो तो। सो जोगी जो जुगत पछाणै। हजूर कहंदे ने जोगी ओ ही है ਜਿਹੜਾ रूहानी जीवन ਨੂੰ ਜੀਂਦਿਆਂ ਹੋਇਆਂ ਸੰਸਾਰ ਵਿੱਚ ਜੀਣ ਦੀ ਜੁਗਤ ਨੂੰ ਪਛਾਣੇ। ਥੋੜਾ ਇਸ ਬੇਨਤੀ ਨੂੰ ਇਸ ਤਰੀਕੇ ਨੂੰ ਪਹਿਚਾਣੇ। जोग ना खिंथ है, जोग ना डंडा है, जोग ना भस्म चढ़ाई है, जोग ना मुंदी मूंड मंडाए है, जोग ना सिंगी वाई है, अंजन माहे निरंजन रही है, जोग जुगत एव पाई है। आख है जोग जुगत, अंजन माहे निरंजन रही है।
ਅੰਜਨ ਦਾ ਲਫ਼ਜ਼ੀ ਅਰਥ ਚਲੋ ਸੁਰਮਾ ਹੁੰਦਾ ਹੈ, ਪਰ ਇਹਦਾ ਅਰਥ ਅਸੀਂ ਕਾਲਕ ਕਰਾਂਗੇ, ਸੰਸਾਰ ਕਰ ਲੋ। ਨਿਰੰਜਨ ਦਾ ਅਰਥ ਹੈ ਕਿ ਜਿਹੜਾ ਕਾਲਕ ਤੋਂ ਰਹਿਤ ਹੈ। ਮਹਾਰਾਜ ਕਹਿੰਦੇ ਅਸਲੀ ਜੁਗਤ ਇਹ ਵੇ ਕਿ ਇਸ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਇਹਦੇ ਤੋਂ ਨਿਰਲੇਪ ਰਹੇ, ਉਹ ਹੈ ਜੋਗੀ। ਇਹਨੂੰ ਫਿਰ ਬੇਨਤੀ ਜੀ, ਅਸੀਂ ਜਦੋਂ ਸਿੱਧ ਕੋਸ਼ਟ ਵਿੱਚ ਆ ਬਚਨ ਪੜ੍ਹਦੇ ਹਾਂ ਨਾ, ਇਹ ਵੀ ਜੁਗਤ ਹੈ ਇੱਕ ਮਹਾਰਾਜ ਨੇ ਦਿੱਤੀ। ਇਹ ਹੈ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੈ ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਆ ਵੀ ਇੱਕ ਜੁਗਤ ਹੈ। ਦੋ ਉਦਾਹਰਨਾਂ ਇੱਥੇ ਮਹਾਰਾਜ ਨੇ ਦਿੱਤੀਆਂ ਨੇ। ਜੈਸੇ ਜਲ ਮੈਂ ਕਮਲ ਨਿਰਾਲਮ, ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਵੀ ਨਿਰਲੇਪ ਹੈ। ਕੱਲ ਵੀ ਇੱਕ ਜਗ੍ਹਾ ਮੈਂ ਵਿਆਹ ਦੇ ਆਨੰਦ ਕਾਰਜ ਤੇ ਬੋਲਦਿਆਂ ਕਿਹਾ ਸੀ ਕਿ ਇਹ ਅੰਜਨ ਵੀ ਹੈ ਤੇ ਨਿਰੰਜਨ ਵੀ ਹੈ। ਅੰਜਨ ਵਿੱਚ ਨਿਰੰਜਨ ਹੈ ਜੀ। ਕਮਲ ਦਾ ਫੁੱਲ ਕਦੀ ਰੇਤ ਉੱਤੇ ਉੱਗਦਾ ਦੇਖਿਆ? ਕਮਲ ਦਾ ਫੁੱਲ ਕਦੀ ਮਿੱਟੀ ਤੇ ਉੱਗਦਾ ਦੇਖਿਆ? ਕਮਲ ਦਾ ਫੁੱਲ ਜਦੋਂ ਵੀ ਪੈਦਾ ਹੁੰਦਾ ਹੈ, ਗੁਰਮੁਖੋ ਉਹਦੀਆਂ ਜੜ੍ਹਾਂ ਤਾਂ ਪਾਣੀ ਚਿੱਕੜ ਵਿੱਚ ਹੀ ਨੇ ਨਾ, ਉਹਦੀਆਂ ਜੜ੍ਹਾਂ ਚਿੱਕੜ ਵਿੱਚ ਨੇ, ਪਰ ਫੁੱਲ ਖਿੜਿਆ ਹੋਇਆ ਅਸਮਾਨ ਉਹ ਮੁਹੱਬਤ ਕਰਦਾ ਪਿਆ ਸੂਰਜ ਨੂੰ। ਮਹਾਰਾਜ ਕਹਿੰਦੇ ਨੇ ਰਹਿੰਦਾ ਜੜ੍ਹਾਂ ਚਿੱਕੜ 'ਚ ਨੇ, ਪਰ ਧਿਆਨ ਚਿੱਕੜ 'ਚ ਨਹੀਂ ਜਾਣ ਦਿੰਦਾ। ਫੁੱਲ ਜਿਹੜਾ ਹੈ ਉਹ ਉੱਪਰ ਹੈ। ਹਜ਼ੂਰ ਕਹਿੰਦੇ ਨੇ ਇਹ ਜ਼ਿੰਦਗੀ ਜੀਣ ਦੀ ਜੁਗਤ ਹੈ। ਰਹਿਣਾ ਤੂੰ ਸੰਸਾਰ ਵਿੱਚ ਹੈ, ਪਰ ਸੁਰਤ ਨੂੰ ਤੂੰ ਕਰਤਾਰ ਦੇ ਨਾਲ ਜੋੜ ਕੇ ਰੱਖਣਾ ਹੈ। ਇਹ ਜੀਵਨ ਦੀ ਜੁਗਤ ਦੱਸੀ। ਦੂਸਰੀ ਬਾਤ, ਜਿਸ ਤਰ੍ਹਾਂ ਇੱਕ ਮੁਰਗਾਬੀ ਮੈਂ ਅਰਜ਼ ਕੀਤੀ, ਇਹ ਬਹਿੰਦਾ ਤੇ ਪਾਣੀ ਦੇ ਕੰਢੇ ਬਗਲਾ ਵੀ ਹੈ ਨਾ, ਇਹ ਤੋਤੇ ਵੀ ਪਾਣੀ ਪੀਂਦੇ ਆ, ਕਬੂਤਰ ਵੀ, ਚਿੜੀਆਂ ਸਾਰੇ ਪੀਂਦੇ ਆ ਪਾਣੀ, ਪਰ ਗੁਰਮਖੋ ਖੰਭ ਵੀ ਸਾਰਿਆਂ ਦੇ ਨੇ। ਪਰ ਮੁਰਗਾਬੀ ਕੋਲ ਗੁਰੂ ਨੇ ਇੱਕ ਜੁਗਤ ਦਿੱਤੀ ਹੈ। ਉਹਦੇ ਪੈਰ ਪਾਣੀ ਵਿੱਚ ਰਹਿੰਦੇ ਨੇ, ਪਰ ਖੰਭ ਨਹੀਂ ਉਹ ਪੀਜਣ ਦਿੰਦੀ ਹੈ, ਪਰ ਨਿਰਲੇਪ। ਇਹਨੂੰ ਹੀ ਗੁਰੂ ਕਹਿੰਦਾ ਪ੍ਰਵਿਰਤੀ ਵਿੱਚ ਨਿਰਵਿਰਤੀ ਹੋਵੇ। ਪ੍ਰਵਿਰਤ ਵੀ ਹੋ ਤੇ ਨਿਰਵਿਰਤ ਵੀ ਹੋ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਮਹਾਰਾਜ ਕਹਿੰਦੇ ਨੇ ਜੋਗੀ ਉਹ ਹੈ ਜਿਹੜਾ ਜ਼ਿੰਦਗੀ ਤੋਂ ਭਗੌੜਾ ਨਾ ਬਣੇ, ਜ਼ਿੰਦਗੀ ਜੀਣ ਦਾ ਤਰੀਕਾ ਸਿੱਖੇ। ਦੁੱਖ ਸੁੱਖ ਜ਼ਿੰਦਗੀ 'ਚ ਆਉਣਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜੋਗੀ ਉਹ ਹੈ ਜਿਹੜਾ ਜ਼ਿੰਦਗੀ ਜੀਣ ਦਾ ਤਰੀਕਾ ਜਾਣਦਾ ਹੈ। ਉਸ ਸਾਰੇ ਤਰੀਕੇ ਨੂੰ ਜੇ ਪੜ੍ਹਨਾ ਹੈ ਤੇ ਸਵੇਰੇ ਜਦੋਂ ਜਪਜੀ ਸਾਹਿਬ ਕਰਾਂਗੇ ਨਾ, ਤੇ 3 ਪੌੜੀਆਂ ਵਾਹਿਗੁਰੂ ਖਾਸ ਕਰਕੇ, ਇੱਕ ਮੁੰਦਾ ਸੰਤੋਖ ਵਾਲੀ, ਭੁਗਤ ਗਿਆਨ ਦਇਆ ਭੰਡਾਰਨ, ਤੇ ਤੀਸਰੀ ਆਸਨ ਲੋਏ ਲੋਏ ਭੰਡਾਰ। ਚਲੋ ਉਹ ਏਕਾ ਮਾਈ ਜੁਗਤ ਵਿਆਹੀ ਜਿਹੜੀ ਉਹ ਵੱਖਰੇ ਅਰਥ ਰੱਖਦੀ ਹੈ। ਮਹਾਰਾਜ ਕਹਿੰਦੇ ਜੋਗੀ ਉਹ ਜਿਹੜਾ ਅੰਜਨ ਵਿੱਚ ਨਿਰੰਜਨ ਰਹਿੰਦਾ ਹੈ। ਗੁਰ ਪ੍ਰਸਾਦੀ ਏਕੋ ਜਾਣੈ। ਉਹ ਜੋਗੀ ਕਿਹੜੀ ਜੁਗਤ? ਗੁਰੂ ਦੀ ਕਿਰਪਾ ਨਾਲ ਸਭ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਨੂੰ ਹੀ ਜਾਣੇ। ਕਾਜੀ ਸੋ ਜੋ ਉਲਟੀ ਕਰਾ। ਹੁਣ ਆਹ ਦੇਖੋ ਬਖਸ਼ਿਸ਼ ਕੀਤੀ। ਉੱਥੇ ਕਿਹਾ ਜੀ ਕਾਦੀ ਕੂੜ ਬੋਲ ਮਲ ਖਾਏ। ਸਾਡੀ ਪ੍ਰੋਬਲਮ ਇਹ ਵੇ ਕੂੜ ਬੋਲ ਮਲ ਖਾਏ ਦੀ ਵਿਆਖਿਆ ਯਾਦੀ ਹੁੰਦੀ ਹੈ, ਅਗਲੇ ਦੀ ਘੱਟ। ਹਜ਼ੂਰ ਬਖਸ਼ਿਸ਼ ਬਚਨ ਕਰਦੇ ਨੇ ਕਾਜੀ ਸੋ ਜੋ ਉਲਟੀ ਕਰੇ, ਕਿ ਉਲਟੀ ਕਰੇ। ਚਲੋ ਇੱਕ ਤਾਂ ਪੰਜਾਬੀ ਸਾਡਾ ਸ਼ਬਦ ਨਾ ਉਲਟੀ ਕਰੇ, ਅਸਲ 'ਚ ਇੱਥੇ ਉਲਟੀ ਕਰੇ ਦਾ ਅਰਥ ਹੈ ਕਾਜੀ ਦੁਨਿਆਵੀ ਤੇ ਹਰਾਮ ਦੇ ਮਾਲ ਤੋਂ ਉਲਟੀ ਬਿਰਤੀ ਰੱਖੇ। ਫਿਰ ਬੇਨਤੀ, ਉਲਟੀ ਕਰੇ ਦਾ ਅਰਥ ਜੇ ਕੋਈ ਰਿਸ਼ਵਤ ਦਿੰਦਾ ਹੈ, ਪਾਪਾਂ ਵਿੱਚ ਪ੍ਰਵਿਰਤ ਕਰਦਾ ਹੈ, ਆਪਣੀ ਸੁਰਤ ਨੂੰ ਗੁਨਾਹ ਵਿੱਚ ਪ੍ਰਵਿਰਤ ਹੋਣ ਦੀ ਥਾਂ ਉਹਦੇ ਤੋਂ ਉਲਟ ਉਹਨੂੰ ਖੁਦਾ ਦੇ ਜ਼ਿਕਰ ਵਾਲੇ ਪਾਸੇ ਰੱਖੇ, ਅੱਲਾ ਰੱਬ ਵਾਲੇ ਪਾਸੇ ਰੱਖੇ। ਕਾਜੀ ਉਹ ਹੈ ਜਿਹੜਾ ਸੰਸਾਰ ਦੀ ਇਸ ਪਾਪਾਂ ਦੀ ਕਮਾਈ ਤੋਂ ਉਲਟ ਚੱਲਦਾ ਹੈ। ਗੁਰ ਪ੍ਰਸਾਦੀ ਜੀਵਤ ਮਰਾ। ਗੁਰਮੁਖੋ ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੀ ਕਿਰਪਾ ਨਾਲ ਇਹੋ ਜਿਹਾ ਕਾਜ਼ੀ ਹੋਵੇ ਜਿਹੜਾ ਜਿਉਂਦੇ ਜੀ ਆਪਣੀਆਂ ਵਾਸ਼ਨਾਵਾਂ ਨੂੰ ਮਾਰ ਦੇਵੇ। ਫਿਰ ਬੇਨਤੀ ਖੱਟ ਕਰਕੇ ਨਹੀਂ, ਇੰਨੀ ਕੁ ਬਖਸ਼ਿਸ਼ ਦਾ ਪਾਤਰ ਹੋ ਜਾਏ ਕਿ ਉਹਦਾ ਅੰਦਰ ਵਾਸ਼ਨਾਵਾਂ ਤੋਂ ਮੁਕਤ ਹੋਵੇ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰਾ। ਹੁਣ ਫਿਰ ਬੇਨਤੀ, ਪਹਿਲਾਂ ਕਿਹਾ ਜੋਗੀ ਉਹ ਜਿਹਨੂੰ ਜ਼ਿੰਦਗੀ ਜੀਣ ਦਾ ਤਰੀਕਾ ਹੁੰਦਾ ਹੈ, ਅੰਜਨ ਮਾਹਿ ਨਿਰੰਜਨ। ਕਾਜੀ ਉਹ ਜਿਹੜਾ ਰਿਸ਼ਵਤ ਤੋਂ ਉਲਟਾ ਚੱਲੇ, ਗੁਨਾਹਾਂ ਤੋਂ ਉਲਟ ਚੱਲੇ,
ਪਾਪਾਂ ਤੋਂ ਉਲਟ ਚੱਲੇ। ਹੁਣ ਮਹਾਰਾਜ ਕਹਿੰਦੇ ਨੇ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਜਿਹੜਾ ਪਰਮਾਤਮਾ ਦੀ ਵਿਚਾਰ ਕਰੇ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਇੱਕ ਸ਼ਬਦ ਲਿਵ ਲਾਏ। ਮਹਾਰਾਜ ਕਹਿੰਦੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਬ੍ਰਾਹਮਣ ਉਹ ਹੈ ਪਿਆਰਿਓ ਜੇ ਬ੍ਰਹਮ ਦੀ ਵਿਚਾਰ ਕਰੇ, ਪਰਮਾਤਮਾ ਦੀ ਵਿਚਾਰ ਕਰੇ, ਅਧਿਆਤਮਿਕ ਉਪਦੇਸ਼ ਦੀ ਵਿਚਾਰ ਕਰੇ। ਕੱਲਾ ਸਿਰਫ ਪਾਪ ਪੁੰਨ ਦੀ ਗੱਲ ਕਹਿ ਕੇ ਠੱਗੀ ਨਾ ਜਾਏ ਲੋਕਾਂ ਨੂੰ। ਤੇ ਪ੍ਰੋਬਲਮ ਵੀ ਇਹ ਵੇ, ਬਾਬਾ ਜੀ ਨੇ ਕਿਹਾ ਸਿਮਰਤ ਸ਼ਾਸਤਰ ਵੇਦਾਂ ਨੂੰ ਮਤ ਕਿਉਂ ਕਹਿਣਾ ਹੈ ਮਾੜਾ, ਇਹ ਵਿਆਖਿਆ ਕਰਨ ਵਾਲਾ ਗਲਤ ਕਰ ਰਿਹਾ। ਕਿਉਂ? ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਹੀਂ ਫਿਰੈ ਜੋ ਬੇਤਾਲਿਆ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ, ਇਹ ਹੋ ਰਿਹਾ, ਪਰ ਤੱਤ ਦੀ ਗੱਲ ਨਹੀਂ ਹੋ ਰਹੀ। ਹਜ਼ੂਰ ਸੱਚੇ ਪਾਤਸ਼ਾਹ ਕਹਿ ਰਿਹਾ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਆਪ ਤਰੈ ਸਗਲੇ ਕੁਲ ਤਾਰੈ, ਆਪ ਤਰਦਾ ਹੈ। ਇਹੋ ਜਿਹਾ ਬ੍ਰਾਹਮਣ ਗੁਰਮਖੋ ਆਪਣੀਆਂ ਕੁੱਲਾਂ ਨੂੰ ਤਾਰ ਜਾਂਦਾ ਹੈ। ਸਿੰਘ ਸਾਹਿਬ ਬੈਠਿਆ, ਮੈਂ ਇੱਕ ਥੋੜੀ ਜੀ ਬੇਨਤੀ ਆਪ ਜੀ ਨੂੰ ਕਰਦਾ ਜਾਵਾਂ ਹੋਰ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 15 ਭਗਤ ਸਾਹਿਬਾਨਾਂ ਜੀ ਦੀ ਬਾਣੀ ਹੈ ਜੀ। ਹਾਂਜੀ, ਤੇ ਸਭ ਤੋਂ ਪਹਿਲੇ ਜਿਹੜੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਹੀ ਪਹਿਲਾਂ ਤਕਰੀਬਨ 3 ਕੁ ਸਾਲ ਪਹਿਲਾਂ ਕਰ ਲਈਏ, ਇਹ 300 ਸਾਲ, ਉਹਨੇ ਭਗਤ ਜੈਦੇਵ ਜੀ ਬੰਗਾਲ ਵਿੱਚ, ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਚ ਬਾਣੀ ਹੈ। ਉਸ ਤੋਂ 3 ਕੁ ਸਾਲ ਛੋਟੇ ਨੇ ਜੀ ਸ਼ੇਖ ਫਰੀਦੁਦੀਨ ਮਸੂਦ ਗੰਜੇ ਸ਼ੱਕਰ, ਬਾਬਾ ਫਰੀਦ ਸਾਹਿਬ ਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਸ਼ੇਖ ਫਰੀਦ। ਹਾਂਜੀ, ਗੁਰੂ ਗ੍ਰੰਥ ਸਾਹਿਬ ਸ਼ੇਖ ਫਰੀਦ ਹੀ ਆਇਆ ਹੈ। ਇਹ ਮਹਾਂਪੁਰਖ ਦੋਨੋਂ ਬਾਬਾ ਜੀ ਤੋਂ 300 ਸਾਲ ਮੈਂ ਸ਼ਬਦ ਵਰਤਣਾ ਹੁੰਨਾ ਪਹਿਲਾਂ ਨੇ। ਇੱਕ ਬੰਗਾਲ ਵਿੱਚ ਰਹਿੰਦੇ ਨੇ, ਦੂਸਰੇ ਪੰਜਾਬ ਵਿੱਚ ਰਹਿੰਦੇ ਨੇ, ਦਿੱਲੀ ਤੱਕ ਗਏ ਆ ਬਾਬਾ ਫਰੀਦ ਸਾਹਿਬ, ਕਿਉਂਕਿ ਇਹਨਾਂ ਦੇ ਮੁਰਸ਼ਿਦ ਜਿਹੜੇ ਸਨ ਖਵਾਜਾ ਬਖਤਿਆਰ ਕਾਕੀ ਸਾਹਿਬ ਸਨ, ਤੇ ਇਹਨਾਂ ਦੇ ਜਿਹੜੇ ਅੱਗੋਂ ਗੱਦੀਦਾਰ ਸਨ ਹਜ਼ਰਤ ਨਿਜ਼ਾਮੁਦੀਨ ਔਲੀਆ ਸਨ ਫਰੀਦ ਸਾਹਿਬ ਦੇ। ਪਰ ਗੁਰੂ ਨਾਨਕ ਸਾਹਿਬ ਦੀ ਜੋਤ ਇੱਕ ਸੇਤੂ ਬਣ ਗਈ, ਪੁੱਲ ਬਣ ਗਈ। ਸਮਕਾਲੀ ਨੇ ਪਰ ਮਿਲੇ ਕੋਈ ਨਹੀਂ, ਬੋਲੀ ਦੋਨਾਂ ਦੀ ਵੱਖਰੀ ਹੈ। ਫਰੀਦ ਸਾਹਿਬ ਜਦੋਂ ਬੋਲਦੇ ਨੇ ਸ਼ੇਖ ਜੀ ਬਾਬਾ ਜੀ, ਉਹ ਬੋਲਦੇ ਨੇ ਲਹਿੰਦੀ ਪੰਜਾਬੀ ਚ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਇਹ ਤਨ ਖੁਸ਼ੀ ਖਾਕ ਨਿਮਾਣੀ ਗੌਰ ਕਰੇ। ਜੈ ਤੇ ਜਦੋਂ ਬੋਲਦੇ ਨੇ ਸੰਸਕ੍ਰਿਤੀ ਵੈਸੇ ਉਹੀ ਮਿਲਦੀ ਹੈ। ਪ੍ਰਮਾਤ ਪੁਰਖ, ਭਾਵੇਂ ਸੰਸਕ੍ਰਿਤ ਅਸੀਂ ਕਹਿੰਦੇ ਆ ਕਿ ਪ੍ਰਮਾਤ ਪੁਰਖ ਮਨੋਪਮੰਗ ਸਤ ਆਦ ਭਾਵ ਰਤਨ। ਮੇਰੇ ਸਤਿਗੁਰਾਂ ਨੇ ਜੀ ਸ਼ੇਖ ਸ਼ਬਦ ਵਰਤਿਆ। ਬਾਕੀ ਜਿਹੜੇ ਭਗਤ ਨੇ, ਮੈਂ ਆਪ ਨੂੰ ਬੇਨਤੀ ਤਾਂ ਕਰ ਲੱਗਾ, ਇਸ ਬ੍ਰਾਹਮਣ ਦੇ ਅਰਥ ਕੇਵਲ ਇੱਕ ਫਿਰਕੇ ਨਾਲ ਨਹੀਂ ਕਰਨੇ। ਗੁਰੂ ਘਰ ਚ ਬ੍ਰਾਹਮਣ ਕੌਣ ਹੈ? ਕਬੀਰ ਸਾਹਿਬ ਜੁਲਾਹੇ ਨੇ, ਵੈਗੁਰੂ ਉਹ ਕਹਿ ਰਹੇ ਨੇ, ਪਰ ਗੁਰਬਾਣੀ ਕਹਿੰਦੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਗੁਰੂ ਗ੍ਰੰਥ ਸਾਹਿਬ ਚ ਪਹਿਲੀ ਵਾਰ ਰਵਿਦਾਸ ਜੀ ਭਾਵੇਂ ਮਹਾਂਪੁਰਖ ਭਗਤ ਜੀ ਕਹਿੰਦੇ ਪਏ ਆ, ਕਹਿ ਰਵਿਦਾਸ ਚਮਾਰ, ਕਬੀਰ ਸਾਹਿਬ ਕਹਿ ਰਹੇ ਜਾਤ ਜੁਲਾਹਾ ਮਤ ਕਾ ਧੀਰ, ਨਾਮਦੇਵ ਕਹਿ ਰਹੇ ਛਿਪੇ ਕੇ ਜਨਮ ਕਾਹੇ ਕੋ ਆਇਆ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਜੀ ਇਹਨਾਂ ਦੋਨਾਂ ਮਹਾਂਪੁਰਖਾਂ ਨੂੰ ਬ੍ਰਾਹਮਣ ਲਿਖਿਆ ਹੈ। ਨਾਮਾ ਛਿੰਬਾ ਕਬੀਰ ਜੁਲਾਹਾ पूरे गुर ते गत पाई, ये है ब्राह्मण। पूरे गुर ते गत पाई ब्रह्म के बेते शब्द पछाणै खौमै, जात गवाई सुर नर तिन की बाणी गावै कोई ना मेटै। भाई हजूर कहते ब्राह्मण ओ जिहड़ा ब्रह्म दी विचार करे, आप तरेगा अपनी कुल नूं तारेगा। दान संबंध सोई दिल धोवै। हुण इत्थे शब्द दे दानश बंद, ये बब्बे नाल है जी। फारसी का शब्द है दानिशमंद, ਇਹਦਾ ਲਫ਼ਜ਼ੀ ਅਰਥ ਅਕਲਮੰਦ। ਮਹਾਰਾਜ ਜੀ ਕਹਿੰਦੇ ਨੇ ਕਾਜ਼ੀ ਆ, ਬ੍ਰਾਹਮਣ ਆ, ਜੋਗੀ ਆ। ਇੱਥੇ ਕਹਿਣ ਲੱਗੇ ਚਲਾਕੀਆਂ ਵਾਲਿਆਂ ਨੂੰ ਲੋਕ ਕਹਿੰਦੇ ਨੇ ਬੜਾ ਅਕਲ ਵਾਲਾ ਜੇ। ਮਹਾਰਾਜ ਕਹਿੰਦੇ ਨੇ ਅਕਲਮੰਦ ਅਸਲ ਚ ਹੋਵੇ ਜਿਹੜਾ ਆਪਣੇ ਦਿਲ ਦੀ ਮੈਲ ਨੂੰ ਧੋਂਦਾ ਹੈ, ਜਿਹੜਾ ਅੰਦਰ ਪਾਪਾਂ ਦੀ ਮੈਲ ਕੱਢਦਾ ਹੈ। ਮੁਸਲਮਾਨ ਸੋਈ ਮਲ ਖੋਵੈ। ਮੁਸਲਮਾਨ ਵੀ ਉਹ ਹੈ ਕਿ ਜਿਹੜਾ ਆਪਣੇ ਅੰਦਰ ਦੀ ਮੈਲ ਨੂੰ ਧੋਂਦਾ ਹੈ। ਦਾਸ ਨੇ ਤਾਂ ਇੱਕ ਦਿਨ ਬੇਨਤੀ ਕੀਤੀ ਸੀ ਜੀ, ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਪੜ੍ਹੀਏ ਨਾ ਜੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ 2 ਤੁਕਾਂ ਚ ਦੱਸੋ ਇਹ ਕੀ, ਤੇ ਮਹਾਰਾਜ 2 ਤੁਕਾਂ ਚ ਦੱਸ ਦੇਣਗੇ। ਜੇ ਕਹੀਏ ਜੀ 2 ਤੁਕਾਂ ਦੀ ਵਿਆਖਿਆ ਸਾਨੂੰ ਸੈਂਕੜੇ ਤੁਕਾਂ ਚ ਦਿਓ, ਤੇ ਮਹਾਰਾਜ ਦਾ ਵਿਸਤਾਰ ਵੀ ਕਰ ਦੇਣਗੇ।
ਹੁਣ ਆ ਮੁਸਲਮਾਨ ਕਹੇ, ਮੁਸਲਮਾਨ ਉਹ ਜਿਹੜਾ ਅੰਦਰ ਦੀ ਮੈਲ ਧੋਵੇ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਹੈ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ। ਮੁਸਲਮਾਨ ਮੋਮਬੱਤੀ ਦੀ ਤਰ੍ਹਾਂ ਹੈ ਕਿ ਜਿਹੜੀ ਜਿਵੇਂ ਮੋਮ ਪਿਘਲ ਕੇ ਦੂਜਿਆਂ ਨੂੰ ਪ੍ਰਕਾਸ਼ ਦਿੰਦੀ ਏ, ਜਿੱਥੇ ਮੁਸਲਮਾਨ ਬੈਠਾ ਹੋਵੇ ਧੱਕਾ ਨਹੀਂ ਕਰਦਾ। ਗੁਰੂ ਕਹਿੰਦਾ ਉਹ ਮੁਸਲਮਾਨ ਸਹੀ। ਫਿਰ ਬੇਨਤੀ ਸੁਣਿਓ, ਜਿਹੜਾ ਮੋਮ ਬਣ ਕੇ ਆਪਣਾ ਆਪ ਕੁਰਬਾਨ ਕਰਦਾ ਪਰ ਦੂਜੇ ਨੂੰ ਚਾਨਣ ਦਿੰਦਾ ਹੋਵੇ। ਮੇਰਾ ਖਿਆਲ ਏਦੂ ਵੱਡੀ ਇਹਦਾ ਨਿੰਦਿਆ ਥੋੜਾ ਕੀਤੀ ਕਿ ਮੁਸਲਮਾਨ ਆਪਣੇ ਅੰਦਰ ਦੀ ਮੈਲ ਨੂੰ ਧੋਵੇ। ਪੜਿਆ ਬੂਝਾ ਸੋ ਪ੍ਰਵਾਨ। ਹੁਣ ਇਸ ਤੋਂ ਅੱਗੇ ਆ ਗਿਆ ਵਿਦਵਾਨ, ਪੜਿਆ ਹੋਇਆ ਬੰਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਪੜਿਆ ਹੋਇਆ ਉਹੀ ਹੈ ਜਿਹੜਾ ਉਸ ਪਰਮਾਤਮਾ ਨੂੰ ਬੁੱਝਦਾ, ਉਹਨੂੰ ਸਮਝਦਾ ਹੈ, ਉਹ ਪ੍ਰਭੂ ਘਰ ਵਿੱਚ ਪ੍ਰਵਾਨ ਹੈ। ਜਿਸ ਸਿਰ ਦਰਗਾਹ ਕਾ ਨਿਸ਼ਾਨ। ਗੁਰਮੁਖੋ, ਉਹਦੇ ਮੱਥੇ ਦੇ ਉੱਤੇ ਫਿਰ ਰੱਬ ਦੇ ਘਰ ਦਾ ਨਿਸ਼ਾਨ ਪਿਆ ਹੁੰਦਾ ਹੈ। ਸੱਚੀ ਮੁੱਚੀ ਉਹਦੇ ਮੱਥੇ ਤੇ ਬਖਸ਼ਿਸ਼ ਦਾ ਨਿਸ਼ਾਨ ਹੈ। ਸੱਚੇ ਪਾਤਸ਼ਾਹ ਇਹ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਸਿੱਖੋ, ਪੜਿਆ ਉਹ ਹੈ ਵਿਦਵਾਨ ਹੋਵੇ, ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ। ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ। ਜਿਵੇਂ ਰੁੱਖ ਦੀ ਜੜ ਦਿਸਦੀ ਨਹੀਂ ਪਰ ਛਾਂ ਦਿਸਦੀ ਹੈ, ਪੜਿਆ ਹੋਵੇ ਜਿਹਦੇ ਧੁਰ ਅੰਦਰ ਨਾਮ ਦੀਆਂ ਜੜ੍ਹਾਂ ਹੋਣ ਤੇ ਜਿਹਦੀ ਸੰਗਤ ਲੋਕਾਂ ਨੂੰ ਛਾਂ ਦੇਵੇ। ਅੱਜ ਇੰਤੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਪਰ ਮੈਂ ਫਿਰ ਬੇਨਤੀ ਕਰਾਂਗਾ ਕਿ ਸ਼ਬਦ ਦਾ ਤਤ ਭਾਵ ਇਹ ਹੈ ਕਿ ਜੀਉ ਨਿਰਮਲ ਬਾਹਰੋਂ ਨਿਰਮਲ ਹੋ ਸਕੀਏ। ਮੇਰੇ ਤੋਂ ਮੈਂ ਤਕਰੀਬਨ 11 ਦਿਨ ਅੱਜ ਹੋ ਗਿਆ, ਜੋ ਮੈਨੂੰ ਦਫ਼ਤਰ ਵੱਲੋਂ ਜਾਂ ਸਿੰਘ ਸਾਹਿਬ ਜੀ ਵੱਲੋਂ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਆਏ ਨੇ, ਐਡਮਿਸ਼ਨਲ ਸਾਡੇ ਹੈੱਡ ਗ੍ਰੰਥੀ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸਾਹਿਬ, ਮੈਨੇਜਰ ਸਾਹਿਬ, ਮੈਂਬਰ ਸਾਹਿਬ ਆਏ ਆ। ਮੈਨੂੰ ਜੋ ਤੁਸੀਂ ਸਮਾਂ ਭੇਜਿਆ ਸੀ ਮੈਂ ਉਸ ਅਨੁਸਾਰ ਯਤਨ ਕੀਤਾ ਹੈ ਕਿ ਇਮਾਨਦਾਰੀ ਨਾਲ ਆਪ ਜੀ ਦੀ ਸੇਵਾ ਕਰ ਸਕਾਂ। ਪਰ ਇਹਨਾਂ ਦਿਨਾਂ ਵਿੱਚ ਬੋਲਦਿਆਂ ਮੈਂ ਦਾਅਵਾ ਨਹੀਂ ਕਰਦਾ ਵੀ ਮੈਂ ਜੋ ਕੁਝ ਕਿਹਾ ਮੈਂ ਬਿਲਕੁਲ ਪਰਫੈਕਟ ਹਾਂ। ਮੇਰੇ ਤੋਂ ਬਹੁਤ ਭੁੱਲਾਂ ਹੋਈਆਂ ਨੇ, ਪਰ ਮੈਂ ਹੱਥ ਜੋੜ ਕੇ ਤੁਹਾਡੇ ਤੋਂ, ਪ੍ਰਬੰਧ ਤੋਂ, ਸਿੰਘ ਸਾਹਿਬਾਨਾਂ ਤੋਂ ਤੇ ਆਪ ਸਮੁੱਚੀ ਸੰਗਤ ਜਿੰਨੀ ਸੁਣਦੇ ਪਏ ਘਰਾਂ ਚੋਂ ਖਿਮਾ ਮੰਗਣਾ ਕਿ ਮੇਰੀਆਂ ਭੁੱਲਾਂ ਨਾ ਚਿਤਾਰਿਓ, ਪਰ ਕਿਰਪਾ ਕਰਿਓ, ਅਰਦਾਸ ਕਰਿਓ ਮਹਾਰਾਜ ਆਪਣੇ ਦਰ ਘਰ ਦੀ ਸੇਵਾ ਬਖਸ਼ੀ ਰੱਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਨ ਸੰਬੰਧ ਸੋਈ ਦਿਲ ਧੋਵਾ, ਮੁਸਲਮਾਨ ਸੋਈ ਮਲ ਖੋਵਾ। ਪੜਿਆ ਬੂਝਾ ਸੋ ਪ੍ਰਵਾਨ, ਜਿਸ ਸਿਰ ਦਰਗਾਹ ਕਾ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।